ਜੱਲਿਆਂਵਾਲੇ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਮਚਿਆ ਘਮਾਸਾਨ। ਇੱਕ ਤਰਫ ਰਾਹੁਲ ਗਾਂਧੀ ਔਰ ਦੂਸਰੀ ਤਰਫ ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ। ਬੀਤੇ ਦਿਨ ਪਹਿਲੇ ਰਾਹੁਲ ਗਾਂਧੀ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੱਲਿਆਂਵਾਲੇ ਬਾਗ ਦੇ ਨਵੀਨੀਕਰਨ ਦੇ ਚੱਲਦੇ ਜੱਲਿਆਂਵਾਲੇ ਬਾਗ ਦੇ ਇਤਿਹਾਸਿਕ ਧਰੋਹਰ ਨੂੰ ਜਿਹੜੀ ਹੈ ਛੇੜਛਾੜ ਕੀਤੀ ਗਈ ਹੈ, ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੱਲਿਆਂਵਾਲੇ ਬਾਗ ਦੇ ਉਦਘਾਟਨ ਦੇ ਸਮੇਂ ਉਹ ਇੱਥੇ ਮੌਜੂਦ ਸਨ ਤੇ ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਦੇਖਿਆ। ਜੱਲਿਆਂਵਾਲੇ ਬਾਗ ਦੇ ਵਿੱਚ ਇਤਿਹਾਸਿਕ ਇਮਾਰਤਾਂ ਨਾਲ ਛੇੜਛਾੜ ਨਹੀਂ ਕੀਤੀ ਗਈ। ਇਸ ਸਮੇਂ ਅਸੀਂ ਮੌਜੂਦ ਹਾਂ ਜੱਲਿਆਂਵਾਲਾ ਬਾਗ ਦੇ ਵਿੱਚ ਤੇ ਸਾਡੇ ਨਾਲ ਉਹ ਪਰਿਵਾਰ ਵੀ ਮੌਜੂਦ ਨੇ। ਸੁਨੀਲ ਕਪੂਰ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਇੱਥੇ ਸ਼ਹੀਦ ਹੋਏ ਸਨ, ਗ੍ਰੈਂਡਫਾਦਰ ਇਹਨਾਂ ਦੇ ਸ਼ਹੀਦ ਹੋਏ ਸਨ ਜੱਲਿਆਂਵਾਲੇ ਬਾਗ ਦੇ ਵਿੱਚ। ਇਸ ਜਿਹੜੀ ਨਵੀਨੀਕਰਨ ਨੂੰ ਲੈ ਕੇ ਇੱਕ ਨਈ ਤਸਵੀਰ ਜਿਹੜੀ ਹੈ ਸਾਹਮਣੇ ਆਈ ਹੈ। ਅੱਜ ਵਿਸ਼ਲੇਸ਼ਣ ਕਰਾਂਗੇ, ਪੂਰੀ ਇਸ ਚਰਚਾ ਕਰਾਂਗੇ ਕਿ ਆਖਿਰਕਾਰ ਇਸ ਨਵੀਨੀਕਰਨ ਦੇ ਚੱਲਦੇ ਕੀ ਬਦਲਾਅ ਜਿਹੜੇ ਨੇ ਜੱਲਿਆਂਵਾਲਾ ਬਾਗ ਦੇ ਵਿੱਚ ਕੀਤੇ ਗਏ ਨੇ ਜਾਂ ਫਿਰ ਸ਼ਹੀਦਾਂ ਦੇ ਜਿਹੜੇ ਇਤਿਹਾਸਿਕ ਧਰੋਹਰ ਹੈ ਉਹਦੇ ਨਾਲ ਛੇੜਛਾੜ ਕੀਤੀ ਗਈ ਜਾਂ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ, ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਹੈ ਇਹ ਵਿਰੋਧ ਦਾ ਜਿਹੜਾ ਸਾਹਮਣਾ ਹੈ ਉਹ ਬੀਜੇਪੀ ਨੂੰ ਕਰਨਾ ਪੈ ਰਿਹਾ। ਸੁਨੀਲ ਜੀ, ਕੀ ਲੱਗਦਾ ਹੈ ਕਿ ਜੱਲਿਆਂਵਾਲੇ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ? ਦੇਖੋ, ਇਤਿਹਾਸ ਨਾਲ ਛੇੜਛਾੜ ਤੇ ਬਹੁਤ ਵੱਡੇ ਪੱਧਰ ਤੇ ਕੀਤੀ ਗਈ ਹੈ। ਜਿਵੇਂ ਕਿ ਤੁਸੀਂ ਇਹ ਗਲੀ ਚੋਂ ਹੁਣ ਨਿਕਲੋਗੇ ਹੀ, ਇਹ ਸੰਕਰੀय ਗਲੀ ਹੈ ਜਿੱਥੋਂ ਜਨਰਲ ਡਾਇਰ ਬੂਚਰ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਦੇ ਉੱਤੇ ਅੰਨ੍ਹੇਵਾਹ 1650 ਗੋਲੀਆਂ ਚਲਾਈਆਂ ਸਨ। ਔਰ ਇਸ ਗਲੀ ਦੇ ਵਿੱਚ ਸਭ ਤੋਂ ਵੱਡਾ ਤੁਸੀਂ ਖੁਦ ਦੇਖੋ ਕਿ ਵੀ ਇਸ ਗਲੀ 'ਚੋਂ ਉਹ ਤੋਪਾਂ ਆਪਣੀਆਂ ਮਸ਼ੀਨ ਗੰਨਾਂ ਵੀ ਲਿਆਉਣਾ ਚਾਹੁੰਦਾ ਸੀ, ਪਰ ਇਹ ਗਲੀ ਤੰਗ ਹੋਣ ਦੇ ਕਾਰਨ ਗਲੀ ਦੇ ਵਿੱਚੋਂ ਇਹ ਤੋਪਾਂ ਤੇ ਮਸ਼ੀਨ ਗੰਨਾਂ ਨਹੀਂ ਨਿਕਲ ਪਾਈਆਂ। ਲੇਕਿਨ ਇਸ ਦੇ ਵਿੱਚ ਤੁਸੀਂ ਖੁਦ ਵੇਖੋ ਵੀ ਅੱਜ ਸਭ ਤੋਂ ਜ਼ਿਆਦਾ ਕਿ ਮਿਊਰਲ ਲੱਗੇ ਨੇ, ਗਲੀ ਦਾ ਰਸਤਾ ਵੀ ਜਿਹੜਾ ਉਹ ਚੌੜਾ ਕੀਤਾ ਗਿਆ ਹੈ। ਮੈਂ ਸਟੈਚੂ ਜਿਹੜੇ ਲਗਾਏ ਗਏ ਨੇ ਤੁਸੀਂ ਦੇਖ ਸਕਦੇ ਹੋ, ਇਹ ਉਹ ਗਲੀ ਹੈ ਜਿਹਦੇ ਵਿੱਚ ਜਿਹੜੇ ਜੱਲਿਆਂਵਾਲਾ ਬਾਗ ਦੇ ਵਿੱਚ ਜਦੋਂ ਇਹ ਖੂਨੀ ਸੰਘਰਸ਼ ਜਿਹੜਾ ਕੀਤਾ ਗਿਆ ਜਨਰਲ ਡਾਇਰ ਵੱਲੋਂ, ਨਿਹੱਥੇ ਗੋਲਾ ਦੇ ਜਿਹੜੇ ਲੋਕਾਂ ਦੇ ਗੋਲੀਆਂ ਚਲਾਈਆਂ ਗਈਆਂ, ਉਹਨਾਂ ਕ੍ਰਾਂਤੀਕਾਰੀਆਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਇਹ ਉਹੀ ਗਲੀ ਹੈ। ਇਸ ਗਲੀ ਦੇ ਵਿੱਚ ਜਿਹੜੇ ਸਟੈਚੂ ਲਗਾਏ ਗਏ ਨੇ ਤੁਸੀਂ ਸਮਝਦੇ ਹੋ ਕਿ ਧਰੋਹਰ ਦੇ ਨਾਲ ਛੇੜਛਾੜ ਹੈ? ਬਿਲਕੁਲ ਧਰੋਹਰ ਨਾਲ ਛੇੜਛਾੜ ਹੈ। ਜਦੋਂ ਅਸੀਂ ਇਸ ਗਲੀ ਚੋਂ ਪਹਿਲੇ ਨਿਕਲਦੇ ਸੀ ਤੇ ਇਹ ਕੰਧਾਂ ਬੋਲਦੀਆਂ ਸੀ ਜੀ, ਇਹ ਕੰਧਾਂ ਕੁਝ ਦੱਸਦੀਆਂ ਸੀ ਫੀਲਿੰਗ ਕਿ ਇਸੇ ਗਲੀ ਚੋਂ ਬੂਚਰ ਡਾਇਰ ਨਿਕਲਿਆ। ਉਹ ਅੱਜ ਫੀਲਿੰਗ ਜਿਹੜੀ ਆ ਉਹ ਮਿਸਿੰਗ ਹੈਗੀ ਆ ਇੱਥੇ, ਕਿਉਂਕਿ ਅੱਜ ਇਹ ਮਿਊਰਲ ਜਿਹੜੇ ਲਗਾ ਦਿੱਤੇ ਗਏ ਨੇ ਉਹ 13 ਅਪ੍ਰੈਲ 1919 ਨੂੰ ਨਹੀਂ ਲੱਗੇ ਹੋਏ ਸਨ। ਇਹ ਅੱਜ ਨਵਾਂ ਨਵੀਨੀਕਰਨ ਕਰਕੇ ਜਿਹੜੀ ਨਵੀਂ ਗਲੀ ਬਣਾ ਦਿੱਤੀ ਗਈ ਆ, ਉਹ ਕੰਧਾਂ ਦੇ ਵਿੱਚੋਂ ਜਿਹੜੀ ਆਵਾਜ਼ਾਂ ਸੀ ਜਿਹੜੀ ਸਾਡੇ ਸ਼ਹੀਦਾਂ ਦੀਆਂ ਉਹ ਮਿਸਿੰਗ ਹੋ ਰਹੀਆਂ। ਸਾਡੇ ਮਨ ਦੇ ਨਾਲ, ਸਾਡੀ ਆਤਮਾ ਨਾਲ ਜਿਹੜੀ ਹੈ ਗਲੀ ਦੇ ਵਿੱਚੋਂ ਜਦੋਂ ਲੰਘਿਆ ਜਨਰਲ ਡਾਇਰ, ਉਹ ਜਿਹੜੀ ਆਵਾਜ਼ਾਂ ਸੀ, ਉਹ ਜਿਹੜਾ ਸਾਨੂੰ ਫੀਲਿੰਗ ਆਉਂਦੀ ਸੀ, ਉਹ ਮਿਸਿੰਗ ਹੋ ਗਈ ਹੈ। ਬੀਜੇਪੀ ਦਾ ਕਹਿਣਾ ਹੈ ਕਿ ਜੱਲਿਆਂਵਾਲੇ ਬਾਗ ਦੇ ਨਵੀਨੀਕਰਨ ਦੇ ਵਿੱਚ 20 ਕਰੋੜ ਰੁਪਏ ਦਾ ਜਿਹੜਾ ਖਰਚ ਕੀਤਾ ਗਿਆ, ਇਹਦਾ ਸੁੰਦੀਕਰਨ ਕੀਤਾ ਗਿਆ, ਕਾਫੀ ਚੇਂਜਸ ਕੀਤੀਆਂ ਗਈਆਂ ਨੇ ਤੇ ਸ਼ਰਧਾਲੂਆਂ ਦੀ, ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਰੋਜ਼ਾਨਾ ਇੱਥੇ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਨੂੰ ਸ਼ਰਧਾ ਸੁਮਨ ਦੇ ਫੁੱਲ ਅਰਪਿਤ ਕਰਨ ਦੇ ਲਈ ਜਿਹੜੇ ਇੱਥੇ ਸ਼ਰਧਾਲੂ ਪਹੁੰਚਦੇ ਨੇ ਤੇ ਉਹਨਾਂ ਦੇ ਦੇਖਦੇ ਹੋਏ ਇੱਥੇ ਦਾ ਸੁੰਦੀਕਰਨ ਕੀਤਾ ਗਿਆ। ਦੇਖੋ, ਤੁਸੀਂ ਜਿਹੜਾ ਸਵਾਲ ਕੀਤਾ ਹੈ ਵੀ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ, ਮੇਰੇ ਖਿਆਲ ਦੇ ਵਿੱਚ ਅਗਰ ਇੰਨੇ ਲੋਕ ਹਜ਼ਾਰਾਂ ਦੀ ਤਾਦਾਦ ਚ ਆਉਂਦੇ ਨੇ, ਲੇਕਿਨ ਲੋਕਾਂ ਦੇ ਵੱਲੋਂ ਦੇਖੋ ਤੁਸੀਂ ਸ਼ਰਧਾਂਜਲੀ ਨਹੀਂ, ਇੱਕ ਪਿਕਨਿਕ ਸਪੌਟ ਬਣਾ ਦਿੱਤਾ ਗਿਆ। ਤੁਸੀਂ ਖੁਦ ਦੇਖਿਆ ਕਿ ਲੋਕ ਇੱਥੇ ਕੁਲਫੀਆਂ ਖਾ ਰਹੇ ਹਨ, ਚਿਪਸ ਖਾ ਰਹੇ ਹਨ, ਕੋਲਡ ਡਰਿੰਕਾਂ ਪੀ ਰਹੇ ਹਨ, ਜਿਹਦੇ ਵਿੱਚ ਕਿ ਕੋਲਡ ਡਰਿੰਕਾਂ ਜਾਂ ਚਿਪਸ ਜਾਂ ਇਹੋ ਜਿਹੀ ਚੀਜ਼ਾਂ ਅਲਾਉਡ ਅੰਦਰ ਨਹੀਂ ਹੋਣੀਆਂ ਚਾਹੀਦੀਆਂ। ਇਹ ਸਿੱਧੇ ਤੌਰ ਤੇ ਸਾਡੇ ਸ਼ਹੀਦਾਂ ਦਾ ਅਪਮਾਨ ਹੈ। ਇਸ ਸ਼ਹੀਦਾਂ ਦੇ ਮੰਦਿਰ ਦੇ ਉੱਤੇ ਸਿੱਧਾ ਸਮਝੋ ਕਿ ਵੀ ਇਹ ਬਹੁਤ ਵੱਡਾ ਅਪਮਾਨ ਕੀਤਾ ਜਾ ਰਿਹਾ ਹੈ। ਸ਼ਹੀਦਾਂ ਦਾ ਜਿਹੜਾ ਆਪਣਾ ਇੱਕ ਸਾਡੇ ਮਨ 'ਚ, ਦਿਲਾਂ 'ਚ ਜਿਹੜਾ ਪਿਆਰ ਹੈ ਉਹ ਘਟਦਾ ਜਾ ਰਿਹਾ। ਸਭ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕਾਂਗਰਸ ਪਾਰਟੀ ਹੁਣ ਸਵਾਲ ਚੁੱਕ ਰਹੀ ਹੈ ਕਿ ਕਿਸ ਕਦਰ ਜਿਹੜੀ ਹੈ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਜਾਂ ਫਿਰ ਉਹਨਾਂ ਸ਼ਹੀਦਾਂ ਨੂੰ, ਕਿਉਂਕਿ 31 ਦੇ ਕਰੀਬ ਜਿਹੜੇ ਪਰਿਵਾਰ ਨੇ ਐਸੇ ਜਿਹੜੇ ਸ਼ਹੀਦੀ ਦਾ ਦਰਜਾ ਪਾਉਣ ਦੇ ਲਈ ਜਦੋਜਹਿਦ ਕਰ ਰਹੇ ਨੇ, ਜਿਨ੍ਹਾਂ ਵਿੱਚੋਂ ਤੁਸੀਂ ਵੀ ਸ਼ਾਮਿਲ ਹੋ, ਕਿ ਹੁਣ ਚੇਤਾ ਆਇਆ ਕਿਉਂਕਿ ਲੰਬਾ ਸਮਾਂ ਤੇ ਕਾਂਗਰਸ ਪਾਰਟੀ ਦਾ ਸੈਂਟਰ ਦੇ ਵਿੱਚ ਰਾਜ ਰਿਹਾ ਹੈ, ਮਨਮੋਹਨ ਸਿੰਘ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਰਹੇ ਨੇ, ਤੇ ਉਸ ਸਮੇਂ ਕਿਉਂ ਨਹੀਂ ਤੁਹਾਡੀ ਆਵਾਜ਼ ਚੁੱਕੀ ਗਈ, ਕਿਉਂ ਉਸ ਸਮੇਂ ਤੁਹਾਡੀ ਇਹ ਪੁਕਾਰ ਪੂਰੀ ਨਹੀਂ ਕੀਤੀ ਗਈ ਤੇ ਅੱਜ ਜਿਹੜੇ ਉਹਨਾਂ ਸ਼ਹੀਦਾਂ ਬਾਰੇ ਜਿਹੜੀ ਹੈ ਬਿਆਨਬਾਜ਼ੀ ਕੀਤੀ ਜਾ ਰਹੀ ਹੈ? ਸਮਝਦੇ ਹੋ ਇਲੈਕਸ਼ਨਾਂ ਦੇ ਮੱਦੇਨਜ਼ਰ ਇਹ ਸਾਰਾ ਸਿਆਸਤ ਜਿਹੜੀ ਰਚੀ ਜਾ ਰਹੀ ਹੈ? ਦੇਖੋ, ਦੋਵੇਂ ਪਾਰਟੀਆਂ ਸਿਆਸਤ ਜੇ ਕਰ ਰਹੀਆਂ ਉਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਹੈ। ਜੇਕਰ ਗੱਲ ਕਰੀਏ ਡਾਕਟਰ ਮਨਮੋਹਨ ਸਿੰਘ ਸਾਹਿਬ ਦੀ, ਤੇ ਡਾਕਟਰ ਮਨਮੋਹਨ ਸਿੰਘ ਸਾਹਿਬ ਨੂੰ ਵੀ ਮੈਂ ਚਿੱਠੀ ਲਿਖੀ ਸੀ 2008-9 'ਚ। ਉਹਦੇ ਵੀ ਤਲਕ ਦੇ ਵਿੱਚ ਜਿਹੜਾ ਜਵਾਬ ਆਇਆ ਸੀ ਕਿ ਮਿਨਿਸਟਰੀ ਆਫ ਕਲਚਰ ਤੋਂ ਕਿ ਜੀ ਤੁਸੀਂ ਇਸ ਪਾਲਿਸੀ ਦੇ ਅੰਡਰ ਨਹੀਂ ਆਉਂਦੇ, ਤੁਸੀਂ ਪੜਪੋਤੇ ਹੋ।
ਬਈ ਜਦੋਂ ਤੁਸੀਂ ਕੋਈ ਪਾਲਿਸੀ ਬਣਾਈ ਹੈ, ਜਿਸ ਪਾਲਿਸੀ ਨੂੰ ਤੁਸੀਂ ਅਨਾਉਂਸ ਕਰ ਰਹੇ ਹੋ, ਜੀ। ਅਗਰ ਅੱਜ ਮੇਰੇ ਦਾਦਾ ਜਾਂ ਪੜਦਾਦਾ ਜਿੰਦੇ ਹੁੰਦੇ ਤੇ ਉਹਨਾਂ ਦੀ ਤਕਰੀਬਨ 150 ਸਾਲ ਉਮਰ ਹੁੰਦੀ। ਜੀ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਇਹਨਾਂ ਆਈਐਸ ਅਫਸਰਾਂ ਦੇ ਉੱਤੇ, ਬਿਊਰੋਕਰੈਟਸ ਤੇ ਵੀ ਇਹਨਾਂ ਨੇ ਇਹ ਕੀ ਸੋਚ ਕੇ ਪਾਲਿਸੀਆਂ ਬਣਾਉਂਦੇ ਆ ਵੀ ਕਿਸੇ ਦੀ ਉਮਰ ਅੱਜ 150 ਸਾਲ ਹੈ ਜਾਂ 125 ਸਾਲ ਹੈ। ਅੱਜ ਸਾਡੀ ਜਿਹੜੀ ਉਮਰਾਂ ਜਿਹੜੀਆਂ ਉਹ 60 ਤੋਂ 65 ਸਾਲ ਰਹਿ ਗਈਆਂ ਐਵਰੇਜ। ਸੋ ਇਹਨਾਂ ਨੂੰ ਦੇਖ ਕੇ ਇਹ ਪਾਲਿਸੀ ਨੂੰ ਅਮੈਂਡ ਕਰਕੇ, ਜਿਵੇਂ ਕਿ ਰਾਹੁਲ ਗਾਂਧੀ ਜੀ ਨੇ ਟਵੀਟ ਕੀਤਾ, ਮੈਂ ਰਾਹੁਲ ਗਾਂਧੀ ਜੀ ਕੋਲੋਂ ਵੀ ਮੰਗ ਕਰਦਾ ਵੀ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਅਸੀਂ ਵੀ ਕਾਂਗਰਸ ਨੂੰ ਸ਼ੁਰੂ ਤੋਂ ਹੀ ਦੇਖੋ, ਅੱਜ ਅਗਰ ਅਸੀਂ ਆਜ਼ਾਦੀ ਰਾਹੁਲ ਦੇ ਗਾਂਧੀ ਦੇ ਟਵੀਟ ਦੀ ਗੱਲ ਕਰੀਏ ਤਾਂ ਉਹਦਾ ਦੂਜੇ ਪਾਸੇ ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਕਿ ਜਦੋਂ ਉਦਘਾਟਨ ਕੀਤਾ ਗਿਆ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ, ਉਹ ਵੀ ਇੱਥੇ ਮੌਜੂਦ ਸਨ। ਉਹਨਾਂ ਨੇ ਕੁਝ ਵੀ ਐਸਾ ਇਤਿਹਾਸ ਨਾਲ ਛੇੜਛਾੜ ਨਹੀਂ ਦੇਖੀ। ਤੇ ਸਮਝਦੇ ਹੋ ਕਿ ਕਾਂਗਰਸ ਆਪਸ ਦੀ ਅੰਦਰੂਨੀ ਲੜਾਈ ਹੀ ਲੜ ਰਹੀ ਹੈ? ਕੈਪਟਨ ਸਾਹਿਬ ਨੇ ਜਿਹੜਾ ਵੀਸੀ ਰਾਹੀਂ ਦੇਖਿਆ, ਮੈਂ ਚਾਹਾਂਗਾ ਕਿ ਉਹ ਆਪ ਖੁਦ ਆ ਕੇ ਦੇਖਣਗੇ ਤੇ ਉਹਨਾਂ ਨੂੰ ਖੁਦ ਪਤਾ ਲੱਗ ਜਾਏਗਾ। ਜਦੋਂ ਪਰਸਨਲ ਵਿਜ਼ਿਟ ਕਰਨਗੇ, ਮੈਂ ਉਹਨਾਂ ਨੂੰ ਮੰਗ ਕਰਦਾ ਵੀ ਸਾਡੇ ਪਰਿਵਾਰਾਂ ਨੂੰ ਨਾਲ ਲੈ ਕੇ ਉਹ ਇੱਥੇ ਵੀ ਵਿਜ਼ਿਟ ਕਰਨ ਔਰ ਸਾਡੀ ਭਾਵਨਾਵਾਂ ਨੂੰ ਸਮਝਣ ਕਿ ਜਿਨ੍ਹਾਂ ਨੇ 102 ਸਾਲ ਬੀਤਣ ਤੋਂ ਬਾਅਦ ਵੀ ਆਪਣੇ ਤਾਮਰ ਪੱਤਰ ਸਰਟੀਫਿਕੇਟ ਤੇ ਸਹੂਲਤਾਂ ਲਈ ਅੱਜ ਵੀ ਜਿਹੜੇ ਆ ਉਹ ਦਰ-ਦਰ ਭਟਕ ਰਹੇ ਨੇ ਆ ਪਰਿਵਾਰ। ਔਰ ਤਕਰੀਬਨ 31 ਪਰਿਵਾਰ ਹੋ ਗਏ ਆ ਸਾਡੇ। ਉਹਨਾਂ 31 ਪਰਿਵਾਰਾਂ ਲਈ ਨਾ ਕੈਪਟਨ ਅਮਰਿੰਦਰ ਸਿੰਘ ਸਾਹਿਬ ਸਮਾਂ ਦੇ ਰਹੇ ਨੇ, ਨਾ ਪ੍ਰਧਾਨ ਮੰਤਰੀ ਨੇ ਆਪਣੀ ਵਰਚੁਅਲ ਮੀਟਿੰਗ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਵੱਲੋਂ ਤੁਹਾਨੂੰ ਟੀ ਕਾਫੀ ਤੇ ਬੁਲਾਇਆ ਗਿਆ ਸੀ, ਉਹਦੇ ਵਿੱਚ ਚਰਚਾ ਵੀ ਸ਼ਾਇਦ ਕੀਤੀ ਗਈ ਹੋਏਗੀ, ਲੇਕਿਨ ਤੁਹਾਨੂੰ ਜਦੋਂ ਬੁਲਾਇਆ ਗਿਆ ਸੀ ਕੀ ਕਿਹਾ ਗਿਆ? ਕਿਉਂਕਿ ਤਾਮਿਲ ਪੱਤਰ ਲੈਣ ਦੇ ਲਈ ਲਗਾਤਾਰ ਤੁਸੀਂ ਜਦੋਜਹਿਦ ਕਰ ਰਹੇ ਹੋ। ਇੱਕ ਤਰਫ ਤੁਸੀਂ ਕਹਿ ਰਹੇ ਹੋ 31 ਪਰਿਵਾਰ ਨੇ ਜਿਹੜੇ ਲਗਾਤਾਰ, ਇੱਕ ਪਾਸੇ ਜਦੋਂ ਇੱਥੇ ਸ਼ਹੀਦੀ ਸਮਾਰਕ ਬਣਾਇਆ ਜਾਂਦਾ ਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਪਹੁੰਚਦੇ ਨੇ, ਕਈ ਮੰਤਰੀ ਪਹੁੰਚਦੇ ਨੇ, ਤੁਹਾਨੂੰ ਉੱਥੇ ਸਨਮਾਨਿਤ ਵੀ ਕੀਤਾ ਜਾਂਦਾ। ਤੇ ਕੀ ਕਾਰਨ ਹੈ ਸਨਮਾਨਿਤ ਕੀਤਾ ਜਾਂਦਾ ਲੇਕਿਨ ਤਾਮਿਲ ਪੱਤਰ ਜਾਂ ਫਿਰ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਜਾਂਦਾ? ਦੇਖੋ, ਉਸ ਦੇ ਦੌਰਾਨ ਮੈਂ ਤੁਹਾਨੂੰ ਅੱਗੇ ਵੀ ਕਹਿ ਚੁੱਕਾ ਵੀ ਸਨਮਾਨ ਹੀ ਦਿੱਤਾ ਜਾਂਦਾ, ਸਨਮਾਨਿਤ ਨਹੀਂ ਕੀਤਾ ਜਾ ਰਿਹਾ ਜੀ। ਇੱਕ ਦੁਸ਼ਾਲਾ ਤੇ ਇੱਕ ਕੱਪ ਚਾਹ ਤੇ ਇੱਕ ਬਿਸਕੁਟ ਪਿਆ ਕੇ ਜਿਹੜਾ ਉਹ ਇੱਥੋਂ ਰਵਾਨਾ ਕਰ ਦਿੱਤਾ ਜਾਂਦਾ ਇਹਨਾਂ ਸ਼ਹੀਦਾਂ ਪਰਿਵਾਰਾਂ ਨੂੰ। ਸੋ ਇਹਨਾਂ ਸ਼ਹੀਦਾਂ ਪਰਿਵਾਰਾਂ ਦੀ ਸਭ ਤੋਂ ਵੱਡੀ ਜਿਹੜੀ ਇਹ ਬੇਕਦਰੀ ਕਰ ਰਹੇ ਨੇ ਵੀ ਅੱਜ ਤੁਸੀਂ ਖੁਦ ਦੇਖੋ ਵੀ ਸ਼ਹੀਦ ਆਜ਼ਮ ਭਗਤ ਸਿੰਘ ਤੇ ਜੇ ਸ਼ਹੀਦ ਆਜ਼ਮ ਊਧਮ ਸਿੰਘ ਦੇ ਵੀ ਅਸੀਂ ਪਰਿਵਾਰਾਂ ਨੂੰ ਦੇਖੀਏ ਤੇ ਉਹ ਕਈ ਪਰਿਵਾਰ ਉਹਨਾਂ ਦੇ ਮਜ਼ਦੂਰੀ ਕਰ ਰਹੇ ਨੇ। ਇਹ ਸਰਕਾਰਾਂ ਦੀ ਲਾਹਨਤਾਂ ਬਹੁਤ ਵੱਡੀਆਂ ਕਿ ਜੇਕਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਐਡਾ ਵੱਡਾ ਯੋਗਦਾਨ ਦਿੱਤਾ ਹੋਵੇ, ਇਹ ਜਲਿਆਂਵਾਲੇ ਬਾਗ ਦਾ ਉਹ। ਤੁਹਾਡੀ ਇਸ ਗੱਲ ਦੇ ਨਾਲ ਅਸੀਂ ਵੀ ਸਹਿਮਤ ਹਾਂ, ਕਿਉਂਕਿ ਭਗਤ ਸਿੰਘ ਦੇ ਪਰਿਵਾਰ ਦੇ ਵਿੱਚ ਕਈ ਐਸੇ ਜਿਹੜੇ ਪਰਿਵਾਰਿਕ ਮੈਂਬਰ ਨੇ ਜਿਹੜੇ ਅੱਜ ਵੀ ਦਿਹਾੜੀ ਮਜ਼ਦੂਰੀ ਕਰਨ ਦੇ ਲਈ ਮਜਬੂਰ ਨੇ। ਉਹਨਾਂ ਦੇ ਘਰ ਦਾ ਐਟਲੀਸਟ ਜਿਹੜਾ ਬੱਤੀ ਦਾ ਬਿੱਲ ਹੈ ਉਹ ਵੀ ਸਰਕਾਰ ਨਹੀਂ ਭਰ ਪਾਈ। ਕਈ ਸਮਾਜ ਸੇਵੀ ਜਾਂਦੇ ਨੇ, ਉਹਨਾਂ ਦਾ ਬੱਤੀ ਦਾ ਬਿੱਲ ਭਰਦੇ ਨੇ। ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨਾ, ਕਿਉਂਕਿ ਹੁਣ ਗੱਲ ਕਰੀਏ ਬੀਜੇਪੀ ਦੀ, ਤਾਂ ਬੀਜੇਪੀ ਕਹਿ ਰਹੀ ਹੈ ਕਿ ਇੱਥੇ ਜਿਹੜਾ 100 ਕਰੋੜ ਦੀ ਲਾਗਤ ਦੇ ਨਾਲ ਸੁੰਦੀਕਰਨ ਹੋਣਾ ਹੈ, ਲੇਕਿਨ 20 ਕਰੋੜ ਪਹਿਲੀ ਕਿਸ਼ਤ ਦੇ ਵਿੱਚ ਜਿਹੜਾ ਇੱਥੇ ਖਰਚ ਕੀਤਾ ਗਿਆ ਤੇ ਇਹਦਾ ਸੁੰਦੀਕਰਨ ਕੀਤਾ ਗਿਆ। ਕੀ ਬਦਲਾਵ ਕੀਤੇ ਗਏ ਨੇ ਇੱਥੇ? ਦੇਖੋ, ਜੇ ਤੁਸੀਂ ਸੁੰਦਰੀਕਰਨ ਦੇ ਬਾਰੇ ਗੱਲ ਕਰੋ ਤੇ 20 ਕਰੋੜ ਰੁਪਇਆ ਇੱਥੇ, ਜੇ 20 ਕਰੋੜ ਰੁਪਏ ਦੇ ਵਿੱਚ ਉਹਨਾਂ ਸ਼ਹੀਦਾਂ ਦੀ ਸੂਚੀ ਨਹੀਂ ਲੱਗ ਸਕੀ, ਉਹਨਾਂ ਸ਼ਹੀਦਾਂ ਦੇ ਜਿਹੜੇ ਆਪਣਾ ਤਸਵੀਰਾਂ ਨਹੀਂ ਲੱਗ ਸਕੀਆਂ, ਉਹਨਾਂ ਸ਼ਹੀਦਾਂ ਦੇ ਜਿਹੜੇ ਆ ਬਣਦੀਆਂ ਹਿਸਟਰੀਆਂ ਜਿਹੜੀਆਂ ਉਹਨਾਂ ਦੀਆਂ ਗਾਥਾਵਾਂ, ਵੀਰ ਗਾਥਾਵਾਂ ਨਹੀਂ ਲੱਗ ਸਕੀਆਂ, ਤੇ ਫਿਰ 20 ਕਰੋੜ ਰੁਪਏ ਪਤਾ ਨਹੀਂ ਕਿਹੜੇ ਪਾਣੀ ਚ ਪਹਿਲੇ ਉਹਨਾਂ ਸ਼ਹੀਦਾਂ ਦੀ ਜਿਹੜੀ ਇੱਥੇ ਤਸਵੀਰਾਂ ਲਗਾਈਆਂ ਗਈਆਂ ਸੀਗੀਆਂ ਤੇ ਕੀ ਹੁਣ ਹਟਾ ਦਿੱਤੀਆਂ ਗਈਆਂ? ਉਹ ਬਿਲਕੁਲ ਹਟਾ ਦਿੱਤੀਆਂ ਗਈਆਂ। ਇੱਥੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਸੀ, ਉਹਨਾਂ ਦੇ ਨਾਮ ਲਿਖੇ ਸੀ ਉਹਨਾਂ ਦੇ, ਲੇਕਿਨ ਅੱਜ ਉਹ ਬਿਲਕੁਲ ਨਦਾਰਦ ਕਰ ਦਿੱਤੇ ਗਏ ਨੇ। ਉਹਨਾਂ ਵੱਲੋਂ ਜਿਹੜਾ 4 ਗੈਲਰੀਆਂ ਜਿਹੜੀਆਂ ਬਣਾਈਆਂ ਗਈਆਂ, ਉਹਨਾਂ 4 ਗੈਲਰੀਆਂ ਦੇ ਵਿੱਚੋਂ ਕਿਸੇ ਵੀ ਪਰਿਵਾਰ ਦਾ, ਕੋਈ ਵੀ ਸ਼ਹੀਦਾਂ ਦੇ ਪਰਿਵਾਰਾਂ ਦੇ ਨਾ ਨਾਮ ਹੈ, ਨਾ ਉਹਨਾਂ ਦੀ ਫੋਟੋ ਹੈ, ਨਾ ਉਹਨਾਂ ਦੀਆਂ ਵੀਰ ਗਾਥਾਵਾਂ ਹੈ। ਕਿਸ ਤਰ੍ਹਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ? ਇਸ ਸਮੇਂ ਦੇਖੋ ਤੁਸੀਂ, ਅਸੀਂ ਮੌਜੂਦ ਹਾਂ ਜਲਿਆਂਵਾਲੇ ਬਾਗ ਦੇ ਉਸ ਖੂਨੀ ਕੂਏ ਤੇ ਜਿੱਥੇ ਕਿ ਸ਼ਹੀਦਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀਗਾ। ਤੇ ਇਸ ਕੂਏ ਦੀ ਜਿਹੜੀ ਨਵੀਨੀਕਰਨ ਦੇ ਚੱਲਦੇ ਜਿਹੜੀ ਇਮਾਰਤ ਬਣਾ ਦਿੱਤੀ ਗਈ, ਗਲਾਸ ਲਗਾ ਦਿੱਤੇ ਗਏ ਨੇ, ਕਵਰ ਕਰ ਦਿੱਤਾ ਗਿਆ ਹੈ ਤਾਂ ਕਿ ਇਹਨੂੰ ਪ੍ਰੋਟੈਕਟ ਕੀਤਾ ਗਿਆ ਹੈ ਤੇ ਗਲਾਸਿਸ ਲਗਾਏ ਗਏ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਇਮਾਰਤ ਨੂੰ ਠੇਸ ਨਾ ਪਹੁੰਚੇ। ਲੇਕਿਨ ਜਦੋਂ ਸਵਾਲ ਚੁੱਕੇ ਗਏ ਕਿ ਇਸ ਕੂਏ ਦੀ ਜਿਹੜੀ ਇਮਾਰਤ ਨਾਲ ਛੇੜਛਾੜ ਕੀਤੀ ਗਈ, ਇਸ ਦੀ ਧਰੋਹਰ ਨੂੰ ਤੋੜਿਆ ਗਿਆ, ਤੇ ਬੀਜੇਪੀ ਦਾ ਕਹਿਣਾ ਸੀਗਾ ਇਸ ਲਈ ਕੀਤਾ ਗਿਆ ਕਿਉਂਕਿ ਜਿਹੜੀ ਉਹ ਧਰੋਹਰ ਉੱਪਰਲੇ ਪਾਸੇ ਜਿਹੜੀ ਬਣਾਈ ਗਈ ਸੀਗੀ ਉਹ ਬਾਅਦ ਵਿੱਚ ਬਣੀ ਸੀ। ਜਦੋਂ ਇਹ ਕਾਂਡ ਹੋਇਆ ਸੀਗਾ ਉਸ ਦਰਮਿਆਨ ਜਿਹੜੀ ਇੱਥੇ ਉਹ ਦੀਵਾਰਾਂ ਨਹੀਂ ਬਣਾਈਆਂ ਗਈਆਂ ਸੀ, ਜਿਹਦੇ ਚੱਲਦੇ ਉਹਨਾਂ ਨੂੰ ਤੋੜ ਦਿੱਤਾ ਗਿਆ। ਤੇ ਕੂਏ ਦੀ ਗਹਿਰਾਈ ਜਿਹੜੀ ਆ ਹੁਣ ਸਾਫ਼ ਤੌਰ ਤੇ ਦੇਖੀ ਜਾ ਸਕਦੀ, ਜਿਸ ਤਰ੍ਹਾਂ ਦੇ ਨਾਲ ਗਲਾਸਿਸ ਲਗਾਏ ਗਏ ਨੇ, ਕਵਰ ਕੀਤਾ ਗਿਆ ਹੈ ਤਾਂ ਕਿ ਜਿਹੜੇ ਸ਼ਰਧਾਲੂ ਇੱਥੇ ਪਹੁੰਚਦੇ ਨੇ ਉਹ ਇਸ ਦੀ ਗਹਿਰਾਈ ਨਾਪਣ ਤੇ ਨਾਲ ਯਾਦ ਕਰਨ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ, ਜਿਨ੍ਹਾਂ ਨੇ ਇੱਥੇ ਸ਼ਹਾਦਤ ਦਿੱਤੀ ਹੈ ਤੇ ਉਸ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਦੇ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ, ਜਿਸ ਤੋਂ ਬਾਅਦ ਆਜ਼ਾਦੀ ਦੇ ਗੁਲਾਟੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ। ਸੁਨੀਲ ਜੀ, ਇਸ ਅਗਰ ਗੱਲ ਕਰੀਏ ਇਸ ਕੂਏ ਦੀ, ਤਾਂ ਕੂਏ ਨੂੰ ਜਿਸ ਤਰ੍ਹਾਂ ਦੇ ਨਾਲ ਇਹਨੂੰ ਕਵਰ ਕੀਤਾ ਗਿਆ, ਇੱਥੇ ਗਲਾਸ ਲਗਾਏ ਗਏ ਨੇ, ਤੇ ਕੀ ਇਸ ਦੀ ਧਰੋਹਰ ਦੇ ਨਾਲ ਵੀ ਛੇੜਛਾੜ ਕੀਤੀ ਗਈ? ਇਹ ਤੇ ਸਾਰਾ ਵੈਨਿਸ਼ ਕਰ ਦਿੱਤਾ ਗਿਆ, ਬਿਲਕੁਲ ਖਤਮ ਕਰ ਦਿੱਤਾ ਗਿਆ। ਇਸ ਕੂਏ ਦੇ ਉੱਤੇ ਪਹਿਲੇ ਦੇਖੋ ਇੱਕ ਕਰਾਊਨ ਬਣਿਆ ਹੁੰਦਾ ਸੀ ਜੀ। ਉਹ ਕਰਾਊਨ ਜਿਹੜਾ ਸੀ, ਮੇਰੀ ਪੜਦਾਦੀ ਜਿਵੇਂ ਦੱਸਦੇ ਵੀ ਇਹ ਸ਼ਹੀਦਾਂ ਦੇ ਪਰਿਵਾਰਾਂ ਤੋਂ 1-1, 2-2 ਰੁਪਏ, 5-5 ਰੁਪਏ ਚੰਦਾ ਲੈ ਕੇ ਉਸ ਟਾਈਮ ਦੇ ਉੱਤੇ
ਇਹਦਾ ਨਿਰਮਾਣ ਕਰਵਾਇਆ ਗਿਆ ਸੀ 1925 ਤੇ 1927 ਦੇ ਵਿੱਚ ਦੌਰਾਨ। ਜੀ ਉਹਨਾਂ ਦੇ ਘਰਾਂ ਤੋਂ ਉਹ ਇੱਟਾਂ ਮੰਗਾਈਆਂ ਗਈਆਂ ਸੀ, ਜਿਵੇਂ ਕਿ ਅੱਜ ਆਨੰਦ ਪਾਰਕ ਦੇ ਵਿੱਚ ਘਰਾਂ ਤੋਂ ਮਿੱਟੀ ਮੰਗਾਈ ਗਈ ਸੀ। ਘਰਾਂ ਤੋਂ ਇੱਟਾਂ ਮੰਗਾ ਕੇ ਇੱਥੇ ਉਹਨਾਂ ਨੇ ਆਪਣੇ ਦਿਲ ਦੀ ਗਹਿਰਾਈਆਂ ਤੋਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਇਸ ਕੂਏ ਦਾ ਨਿਰਮਾਣ ਕੀਤਾ ਸੀ, ਜਿਹੜਾ ਕਿ ਇਸ ਸਰਕਾਰ ਨੇ ਆ ਕੇ ਉਹਨੂੰ ਬਿਲਕੁਲ ਹੀ ਸਮਾਪਤ ਕਰਤਾ, ਉਹਨੂੰ ਪੂਰਾ ਹੀ ਤੋੜ ਜਿਹੜੀ ਕੇ। ਧਰੋਹਰ ਇੱਥੋਂ ਤੋੜੀ ਗਈ, ਜਿਹੜੀ ਇੱਟਾਂ ਦੀ ਤੁਸੀਂ ਗੱਲ ਕਰ ਰਹੇ ਹੋ, ਕਿ ਆਖਿਰਕਾਰ ਉਹਨਾਂ ਇੱਟਾਂ ਦਾ ਕੀ ਕੀਤਾ? ਤੁਹਾਨੂੰ ਕੁਝ ਸਲਾਹ ਕੀਤੀ ਗਈ ਸੀ ਜਦੋਂ ਇਸ ਦਾ ਨਵੀਨੀਕਰਨ ਕੀਤਾ ਗਿਆ ਤੇ ਤੁਹਾਨੂੰ ਉਸ ਟੀਮ 'ਚ ਬਿਠਾਇਆ ਗਿਆ, ਕਿਉਂਕਿ ਟੀਮ ਬਣਾਈ ਗਈ ਸੀ ਬਕਾਇਦਾ। ਉਸ ਟੀਮ ਦੇ ਅੰਦਰ ਜਿਹੜੇ ਕਈ ਵਿਦਵਾਨ ਵੀ ਸੀਗੇ ਜਿਨ੍ਹਾਂ ਨੇ ਪੂਰੀ ਰਾਏ ਲਿੱਤੀ ਗਈ ਕਿ ਕਿਸ ਕਦਰ ਦੇ ਇਹਨਾਂ ਨਵੀਨੀਕਰਨ ਕੀਤਾ ਜਾਏਗਾ। ਕਿ ਤੁਹਾਡੀ ਰਾਏ ਲਿੱਤੀ ਗਈ ਸੀ ਕਿ ਇਸ ਤਰੀਕੇ ਦੇ ਨਾਲ ਇਸ ਦੀ ਨਵੀਨੀਕਰਨ ਕੀਤੀ ਜਾਏਗੀ ਜਾਂ ਸੁੰਦੀਕਰਨ ਕੀਤਾ ਜਾਏਗਾ? ਦੇਖੋ, ਮੈਂ ਇਸ ਸੰਸਥਾ ਦਾ ਪ੍ਰਧਾਨ ਆ, ਜਲਿਆਂਵਾਲਾ ਬਾਗ ਫਰੀडम ਫਾਈਟਰ ਫਾਊਂਡੇਸ਼ਨ ਦਾ। ਜੀ। ਸਾਡੇ ਕੋਲ ਅੱਜ ਤੱਕਨ ਵੀ ਕੋਈ ਵੀ ਨਾ ਪੰਜਾਬ ਸਰਕਾਰ ਵੱਲੋਂ ਆਇਆ ਨਾ ਕੇਂਦਰ ਸਰਕਾਰ ਵੱਲੋਂ ਆਇਆ। ਦੋਵਾਂ ਸਰਕਾਰਾਂ ਵੱਲੋਂ ਕੋਈ ਵੀ ਇਹਨਾਂ ਦਾ ਨੁਮਾਇੰਦਾ ਸਾਡੇ ਕੋਲ, ਸਾਡੇ ਸ਼ਹੀਦਾਂ ਦੇ ਪਰਿਵਾਰਾਂ ਦਾ ਕੋਈ ਵੀ ਉਹਨਾਂ ਦੀ ਗਾਥਾਵਾਂ ਨਹੀਂ ਪੁੱਛਣ ਆਇਆ। ਜੀ ਤੇ ਕੀ ਕਹਿਣਾ ਚਾਹੋਗੇ, ਕਿਉਂਕਿ ਲਗਾਤਾਰ ਗੱਲ ਤੇ ਇਹ ਕਹੀ ਜਾ ਰਹੀ ਹੈ ਕਿ ਨਵੀਨੀਕਰਨ ਕੀਤਾ ਗਿਆ ਹੈ, ਪੈਸਾ ਖਰਚ ਕੀਤਾ ਗਿਆ ਹੈ, ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਜਿਹੜਾ ਇੱਥੇ ਬੀਜੇਪੀ ਦਾ ਕਹਿਣਾ ਹੈ ਕਿ ਉਹਨਾਂ ਦੀ ਆਤਮਾਵਾਂ ਇੱਥੇ ਵਿਸ਼ਰਾਮ ਕਰ ਰਹੀਆਂ ਤੇ ਉਹਨਾਂ ਦੇ ਲਈ ਇੱਥੇ ਉੱਚ ਪ੍ਰਬੰਧ ਕੀਤੇ ਗਏ ਨੇ, ਲਾਈਟ ਐਂਡ ਸਾਊਂਡ ਦਾ ਇੰਤਜ਼ਾਮ ਕੀਤਾ ਗਿਆ ਹੈ, ਸੁੰਦਰ ਲਾਈਟ ਲਗਾਈ ਗਈ ਹੈ, ਪੀਣ ਦੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ, ਹੋਰ ਵੀ ਕਈ ਪ੍ਰਬੰਧ ਕੀਤੇ ਗਏ ਨੇ। ਹਾਲਾਂਕਿ ਜੋਤੀ ਜਿਹੜੀ ਅਮਰ ਜੋਤੀ ਹੈ ਉਸ ਦੀ ਜਗ੍ਹਾ ਵੀ ਚੇਂਜ ਕੀਤੀ ਗਈ ਹੈ। ਦੇਖੋ, ਅਮਰ ਜੋਤੀ ਇੱਕ ਇਹੋ ਜਿਹਾ ਸਥਾਨ ਹੁੰਦਾ ਹੈ ਜਿੱਥੇ ਕਿ ਜਦੋਂ ਵੀ ਕੋਈ ਪਰਯਟਕ ਆਵੇ ਤੇ ਜਦੋਂ ਸਭ ਤੋਂ ਪਹਿਲੇ ਅਗਰ ਅਮਰ ਜੋਤੀ ਦੇ ਜਾ ਕੇ ਨਮਨ ਹੁੰਦਾ ਤੇ ਉਹਦੇ ਵਿੱਚ ਇੱਕ ਫੀਲਿੰਗ ਆਉਂਦੀ ਹੈ ਕਿ ਮੈਂ ਇੱਕ ਸ਼ਹੀਦਾਂ ਦੀ ਜਗ੍ਹਾ ਤੇ ਆਇਆ, ਉਸੇ ਮੈਂ ਸ਼ਰਧਾਂਜਲੀ ਦੇਣੀ ਹੈ। ਦੂਸਰਾ, ਜਿਵੇਂ ਕਿ ਤੁਸੀਂ ਕਿਹਾ ਕਿ ਉਹਨਾਂ ਨੇ ਅਮਨ ਤੇ ਸ਼ਾਂਤੀ ਲਈ ਇੱਥੇ ਜਿਹੜਾ ਹੈ ਲਾਈਟ ਐਂਡ ਸਾਊਂਡ ਸ਼ੋਅ ਬਣਾਇਆ, ਮੈਂ ਉਹਨਾਂ ਨੂੰ ਆਪਣੇ ਸੁਝਾਅ ਦੇਣਾ ਕਿ ਜੇਕਰ ਤੁਸੀਂ ਬਣਾਉਣਾ ਹੀ ਸੀ ਤੇ ਇੱਕ ਸਰਵਦਲੀਏ ਇੱਕ ਮੰਦਿਰ, ਗੁਰਦੁਆਰਾ, ਮਸਜਿਦ ਤੇ ਬਾਈਬਲ ਦਾ ਇੱਕ ਇਮਾਰਤ ਦਾ ਨਿਰਮਾਣ ਕਰਦੇ, ਜਿੱਥੇ ਚਾਰੋਂ ਵੇਦ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਜਿੱਥੇ ਗੀਤਾ ਪੜ੍ਹੀ ਜਾਂਦੀ, ਜਿੱਥੇ ਕੁਰਾਨ ਤੇ ਜਿੱਥੇ ਬਾਈਬਲ, ਇਹਨਾਂ ਚਾਰਾਂ ਦਾ ਧਰਮਾਂ ਨੂੰ ਇੱਕੋ ਇੱਥੇ ਇੱਕ ਛੋਟਾ ਜਿਹਾ ਚਾਹੇ ਮੰਦਿਰ ਟਾਈਪ ਜਾਂ ਗੁਰਦੁਆਰਾ ਜੋ ਵੀ ਤੁਸੀਂ ਸਮਝੋ, ਇੱਕ ਸਰਵਦਲੀਏ ਮੰਦਿਰ ਬਣਾ ਕੇ ਉਹਨਾਂ ਸ਼ਹੀਦਾਂ ਲਈ 24 ਘੰਟੇ ਪਾਠ ਚੱਲਦਾ, ਪੂਜਾ ਚੱਲਦੀ, ਤਾਂ ਹੀ ਉਹਨਾਂ ਦੀਆਂ ਜਿਹੜੀਆਂ ਆਤਮਾਵਾਂ ਨੂੰ ਸ਼ਾਂਤੀ ਮਿਲਦੀ। ਪਰ ਜਿਹੜਾ ਲਾਈਟ ਐਂਡ ਸਾਊਂਡ ਬਣਾਇਆ, ਦੇਖੋ ਇੱਕ ਤੁਸੀਂ ਖੁਦ ਸਮਝਦੇ ਤਰਫ ਦਰਬਾਰ ਸਾਹਿਬ ਦੀ ਹੈਰੀਟੇਜ ਸਟਰੀਟ ਦੇ ਵਿੱਚ ਜਦੋਂ ਨੱਚਣ ਭੰਗੜ ਵਾਲੇ ਜਿਹੜੇ ਨੱਚਣ ਗਾਣ ਦੇ ਜਿਹੜੇ ਬੁੱਤ ਲਗਾਏ ਜਾਂਦੇ ਨੇ, ਉਹਦਾ ਵਿਰੋਧ ਕੀਤਾ ਜਾਂਦਾ ਹੈ ਕਿ ਇਹ ਇੱਕ ਪਵਿੱਤਰ ਸਥਾਨ ਹੈ, ਹਰਮੰਦਰ ਸਾਹਿਬ ਨੂੰ ਜਾਣ ਵਾਲਾ ਮੁੱਖ ਦਵਾਰ ਹੈ ਤੇ ਇੱਥੋਂ ਹੀ ਸ਼ਰਧਾਲੂ ਆਉਂਦੇ ਨੇ, ਤਾਂ ਉਹਨਾਂ ਦੇ ਮਨਾਂ ਦੇ ਵਿੱਚ ਕਿਸ ਤਰ੍ਹਾਂ ਆਏਗੀ, ਕਿਉਂਕਿ ਉਹ ਸ਼ਰਧਾ ਭਾਵਨਾ ਲੈ ਕੇ ਆਉਂਦੇ ਤੇ ਉਹਨਾਂ ਨੂੰ ਉੱਥੋਂ ਹਟਾਇਆ ਜਾਂਦਾ ਹੈ। ਤੇ ਇੱਥੇ ਜਿਹੜੇ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਤੇ ਇਦਾਂ ਦੇ ਜਿਹੜੇ ਨੇ ਉਹ ਲਾਈਟ ਐਂਡ ਸਾਊਂਡ ਦੀ ਗੱਲ ਕਰੀਏ ਜਾਂ ਹੋਰ ਲਾਈਟਾਂ ਦੀ ਗੱਲ ਕਰੀਏ ਤੇ ਕਿਤੇ ਇਹ ਕਿੰਨਾ ਕੁ ਵਾਜਿਬ ਹੈ ਕਿ ਇਸ ਤਰ੍ਹਾਂ ਦੇ ਨਾਲ ਨਵੀਨੀਕਰਨ ਕੀਤਾ ਗਿਆ? ਦੇਖੋ, ਲਾਈਟ ਐਂਡ ਸਾਊਂਡ ਸ਼ੋਅ, ਮੈਂ ਇਹਨੂੰ ਬੁਰਾ ਨਹੀਂ ਕਹਿ ਰਿਹਾ, ਲੇਕਿਨ ਮੈਂ ਇਹਦਾ ਇੱਕ ਦੇਖੋ ਇੱਕ ਥੀਮ ਹੁੰਦਾ ਹੈ, ਕਿਸੇ ਵੀ ਸ਼ਹੀਦ ਦਾ ਸ਼ਰਧਾਂਜਲੀ ਸਥਲ ਨੂੰ ਇੱਕ ਸਮਰਪਿਤ ਕਰਨ ਲਈ ਕੋਈ ਤੁਹਾਡਾ ਥੀਮ ਹੋਣਾ ਚਾਹੀਦਾ। ਉਹ ਥੀਮ ਮਿਸਿੰਗ ਹੈ ਇੱਥੇ। ਦੇਖੋ, ਉਹ ਜਿਹੜੀਆਂ ਕੰਧਾਂ ਜਿੱਥੇ ਗੋਲੀਆਂ ਲੱਗੀਆਂ, ਅੱਜ ਉੱਥੇ ਸ਼ੀਸ਼ੇ ਲਗਾ ਦਿੱਤੇ ਗਏ, ਉਹਦਾ ਨਵੀਨੀਕਰਨ ਕਰ ਦਿੱਤਾ ਗਿਆ, ਆਹ ਗ੍ਰਿਲਾਂ ਨਵੀਆਂ ਲਗਾ ਦਿੱਤੀਆਂ ਗਈਆਂ, ਜਿਹੜਾ ਕਿ ਇਹ ਪਾਰਕ ਨੂੰ ਇਹ ਨਹੀਂ ਦਰਸਾਉਂਦਾ ਪਿਆ ਕਿ ਵੀ ਇੱਥੇ ਐਡਾ ਵੱਡਾ ਸਾਕਾ ਹੋਇਆ ਸੀ। ਕਪੂਰ ਸਾਹਿਬ, ਇਹਦੇ 'ਚ ਅਪਮਾਨ ਕਿਸ ਤਰ੍ਹਾਂ ਕੀਤਾ ਗਿਆ? ਕਿਉਂਕਿ ਨਵੀਨੀਕਰਨ ਦੇ ਚੱਲਦੇ ਸੁੰਦੀਕਰਨ ਤੇ ਕੀਤਾ ਗਿਆ, ਅਪਮਾਨ ਕਿਸ ਤਰ੍ਹਾਂ ਹੋਇਆ? ਕਿਉਂਕਿ ਇੱਥੇ ਗ੍ਰਿਲਾਂ ਦੀ ਗੱਲ ਕਰ ਰਹੇ ਹੋ, ਚੇਂਜਸ ਦੀ ਗੱਲ ਕਰ ਰਹੇ ਹੋ, ਫੁੱਲ ਬੂਟੇ ਲਗਾਏ ਗਏ ਨੇ, ਹੋਰ ਕੁਝ ਜਿਹੜੀ ਚੇਂਜਸ ਕੀਤੀ ਗਈ ਨੇ, ਤੇ ਅਪਮਾਨ ਕਿਸ ਤਰ੍ਹਾਂ ਦਾ ਹੋਇਆ? ਦੇਖੋ, ਇੱਥੇ ਇਹ ਪਾਰਕ ਸੀ, ਇਹ ਪਾਰਕ ਨੂੰ ਐਲੀਵੇਟਡ ਪਾਰਕ ਟਾਈਪ ਬਣਾ ਦਿੱਤਾ ਗਿਆ, ਜਿਹੜਾ ਕਿ ਪਹਿਲੇ ਇਹ ਨਹੀਂ ਸੀ। ਇਹ ਇੱਕ ਸਿੰਪਲ ਪਾਰਕ ਸੀ, ਇੱਥੇ ਜਨ ਸਭਾ ਬੁਲਾਈ ਗਈ ਸੀ ਰੌਲਟ ਐਕਟ ਦੇ ਅਗੇਂਸਟ, ਲੇਕਿਨ ਜਿੱਥੇ ਨਾ ਦਲੀਲ ਸੀ, ਨਾ ਅਪੀਲ ਸੀ, ਨਾ ਵਕੀਲ ਸੀ। ਲੇਕਿਨ ਸਭ ਤੋਂ ਵੱਡੀ ਗੱਲ, ਬਹੁਤ ਘੱਟ ਲੋਕਾਂ ਨੂੰ ਪਤਾ ਕਿ ਰੌਲਟ ਐਕਟ ਕੀ ਸੀਗਾ। ਰੌਲਟ ਐਕਟ ਜਿਹੜਾ ਬਣਾਇਆ ਗਿਆ ਸੀ, ਨਾ ਦਲੀਲ ਨਾ ਅਪੀਲ, ਕਿਸੇ ਨੂੰ ਕੁਝ ਵੀ ਕਾਰਵਾਈ ਕਰਨ ਜਿਹੜੀ ਹੈ ਉਹ ਬ੍ਰਿਟਿਸ਼ ਸਰਕਾਰ ਕਰ ਸਕਦੀ ਸੀ, ਜਿਹਦੇ ਚੱਲਦੇ ਵਿਸਾਖੀ ਵਾਲੇ ਦਿਨ ਇੱਥੇ ਜਿਹੜੇ ਨੇ ਕਈ ਜਿਹੜੇ ਸ਼ਹੀਦ ਜਿਹੜੇ ਇੱਥੇ ਹੋਏ ਸਨ ਉਹ ਇੱਥੇ ਪਹੁੰਚਦੇ ਨੇ। ਹਾਲਾਂਕਿ ਵਿਸਾਖੀ ਵਾਲੇ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉੱਥੇ ਪਹੁੰਚਦੇ ਨੇ, ਜਦੋਂ ਉਹਨਾਂ ਨੂੰ ਇੱਥੇ ਆਵਾਜ਼ ਸੁਣਾਈ ਦਿੰਦੀ ਹੈ ਕਿ ਕ੍ਰਾਂਤੀਕਾਰੀ ਇੱਥੇ ਜਮ੍ਹਾਂ ਨੇ ਤੇ ਇੱਥੇ ਕੋਈ ਸਭਾ ਚੱਲਦੀ ਪਈ ਹੈ, ਤੇ ਉੱਥੇ ਪਹੁੰਚਦੇ ਨੇ। ਜਦੋਂ ਪਤਾ ਲੱਗਦਾ ਹੈ ਕਿ ਰੌਲਟ ਐਕਟ ਦੇ ਵਿਰੋਧ ਦੇ ਵਿੱਚ ਜਿਹੜੀ ਇੱਥੇ ਇੱਕ ਸਭਾ ਸੱਦੀ ਗਈ ਸੀ, ਜਿਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦੇ ਨੁਮਾਇੰਦੇ ਇੱਥੇ ਪਹੁੰਚਦੇ ਨੇ, ਜਨਰਲ ਡਾਇਰ ਵੱਲੋਂ 69 ਲੋਕਾਂ ਤੇ ਗੋਲੀ ਮਾਰ ਕੇ ਉਹਨਾਂ ਨੂੰ ਜਿਹੜੀ ਹੱਤਿਆ ਕਰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਦੇਸ਼ ਦੀ ਕ੍ਰਾਂਤੀਕਾਰੀ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹੋਏ ਇੱਥੇ ਕ੍ਰਾਂਤੀਕਾਰੀਆਂ ਵੱਲੋਂ ਜਿਹੜੀ ਹੈ ਇੱਥੇ ਸਹਿਤ ਲੈਂਦੇ ਹੋਏ ਜਿਹੜਾ ਹੈ ਦੇਸ਼
ਦੀ ਆਜ਼ਾਦੀ ਜਿਹੜੀ ਵਿੱਚ ਅਹਿਮ ਯੋਗਦਾਨ ਪਾਇਆ ਗਿਆ ਤੇ ਦੇਸ਼ ਨੂੰ ਆਜ਼ਾਦ ਕਰਵਾਇਆ ਗਿਆ, ਲੇਕਿਨ ਜਲਿਆਂਵਾਲੇ ਬਾਗ ਦੇ ਇੰਨੇ ਸਾਲ 101 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਅੱਜ ਵੀ ਸਿਆਸਤ ਜਿਹੜੀ ਹੈ ਜਲਿਆਂਵਾਲਾ ਬਾਗ ਦੇ ਵਿੱਚ ਕੀਤੀ ਜਾ ਰਹੀ ਹੈ। ਕਿਸ ਕਦਰ ਦੇ ਨਾਲ, ਕਿਉਂਕਿ ਬੀਜੇਪੀ ਦਾ ਕਹਿਣਾ ਹੈ ਕਿ ਇੱਥੇ ਜਿਹੜਾ 20 ਕਰੋੜ ਦੀ ਲਾਗਤ ਦੇ ਨਾਲ ਨਵੀਨੀਕਰਨ ਕੀਤਾ ਗਿਆ। ਦੂਜੇ ਪਾਸੇ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਨਵੀਨੀਕਰਨ ਦੇ ਨਾਮ ਦੇ ਉੱਤੇ ਜਿਹੜਾ ਹੈ ਇੱਥੋਂ ਦੇ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਗਈ ਹੈ ਤੇ ਇੱਥੋਂ ਦੀ ਜਿਹੜਾ ਧਰੋਹਰ ਹੈ ਉਸ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ, ਕਿਉਂਕਿ ਜਿਹੜੇ ਸ਼ਰਧਾਲੂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚਦੇ ਨੇ, ਉਹਨਾਂ ਸ਼ਹੀਦਾਂ ਨੂੰ ਸ਼ਹਾਦਤ ਨੂੰ ਯਾਦ ਕਰਨ ਦੇ ਲਈ, ਸ਼ਰਧਾ ਸੁਮਨ ਦੇ ਫੁੱਲ ਅਰਪਿਤ ਕਰਨ ਦੇ ਲਈ ਇੱਥੇ ਪਹੁੰਚਦੇ ਨੇ। ਲੇਕਿਨ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ, ਜਿਹੜੇ ਸ਼ਹਾਦਤਾਂ ਨੂੰ ਯਾਦ ਕਰਨ ਦੇ ਲਈ ਇੱਥੇ ਪਹੁੰਚਦੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਠੇਸ ਹੈ ਕਿ ਜਿਸ ਤਰ੍ਹਾਂ ਨਵੀਨੀਕਰਨ ਦੇ ਚੱਲਦੇ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ, ਜਿਹਦਾ ਵਿਰੋਧ ਜਿਹੜਾ ਹੈ ਉਹ ਕਾਂਗਰਸ ਪਾਰਟੀ ਤੇ ਕਰ ਰਹੀ ਹੈ। ਉਹ ਫਰੀडम ਫਾਈਟਰ ਵੀ ਕਰ ਰਹੇ ਨੇ, ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਇੱਥੇ ਸ਼ਹੀਦ ਹੋਏ ਸਨ, ਉਹਨਾਂ ਵਿੱਚੋਂ ਹੀ ਨਵੀਨ ਕਪੂਰ ਜੀ ਸਾਡੇ ਨਾਲ ਮੌਜੂਦ ਨੇ। ਸੁਨੀਲ ਜੀ, ਕਿ ਜਿਸ ਤਰ੍ਹਾਂ ਦੇ ਨਾਲ ਹੁਣ ਜਿਹੜੀ ਓਵਰਹਾਲ ਜੋ ਇਸ ਵੇਲੇ ਕਾਂਗਰਸ ਪਾਰਟੀ ਦੇ ਜਿਹੜੀ ਬਿਆਨਬਾਜ਼ੀ ਹੈ, ਇੱਕ ਤਰਫ ਰਾਹੁਲ ਗਾਂਧੀ, ਦੂਸਰੀ ਤਰਫ ਕੈਪਟਨ ਅਮਰਿੰਦਰ ਸਿੰਘ, ਤੇ ਕੀ ਕਹੋਗੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਿਆਸਤ ਕੀਤੀ ਜਾ ਰਹੀ ਹੈ ਇਸ ਸ਼ਹੀਦ ਥਲੀ ਦੇ ਨਾਮ ਤੇ? ਦੇਖੋ, ਕੈਪਟਨ ਅਮਰਿੰਦਰ ਸਿੰਘ ਸਾਹਿਬ ਖੁਦ ਫੌਜੀ ਨੇ ਜੀ। ਉਹਨਾਂ ਨੂੰ ਅਗਰ ਕੋਈ ਸ਼ਹਾਦਤ ਦਾ ਜਾਮ ਪੈਂਦਾ ਤੇ ਮੈਂ ਸਮਝਦਾ ਵੀ ਉਹਨਾਂ ਤੋਂ ਜ਼ਿਆਦਾ ਕੋਈ ਨਹੀਂ ਪਛਾਣ ਸਕਦਾ ਜਿਹੜਾ ਇੱਕ ਫੌਜ ਦਾ ਅਧਿਕਾਰੀ ਰਿਹਾ ਹੋਵੇ। ਦੂਸਰਾ, ਅੱਜ ਦੇ ਸਮੇਂ 'ਚ ਉਹ ਸਾਡੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਨੇ। ਅਗਰ ਜੇਕਰ ਕੋਈ ਇਹੋ ਜਿਹਾ ਸਟੇਟਮੈਂਟ ਆਈ ਗਈ ਹੈ ਵੀ ਉਹਨਾਂ ਨੂੰ, ਜਿਸ ਦੇ ਬਾਰੇ ਸ਼ਾਇਦ ਮੈਨੂੰ ਲੱਗਦਾ ਵੀ ਪੂਰਾ ਨਹੀਂ ਗਿਆਨ ਹੈਗਾ, ਜਦੋਂ ਤੱਕ ਉਹ ਆਪ ਖੁਦ ਵਿਜ਼ਿਟ ਨਹੀਂ ਕਰਦੇ, ਉਸ ਤੋਂ ਬਾਅਦ ਹੀ ਮੈਂ ਸਮਝਦਾ ਤੁਹਾਡੇ ਵੱਲੋਂ ਹੁਣ ਉਹਨਾਂ ਨਾਲ ਮੁਲਾਕਾਤ ਕੀਤੀ ਜਾਏਗੀ, ਇਸ ਬਾਰੇ ਦੱਸਿਆ ਜਾਏਗਾ ਕਿ ਆਖਿਰਕਾਰ ਤੁਹਾਡੇ ਮਨਾਂ 'ਚ ਠੇਸ ਹੈ, ਕਿਉਂਕਿ ਫਰੀडम ਫਾਈਟਰ ਜਿਹੜੇ ਪਰਿਵਾਰਿਕ ਨੇ ਉਹ ਲਗਾਤਾਰ ਵਿਦਰੋਹ ਜਿਹੜਾ ਜਤਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੀ ਹੈ ਜਲਿਆਂਵਾਲੇ ਬਾਗ ਦੇ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ, ਤੋੜ-ਫੋੜ ਕੀਤੀ ਗਈ ਹੈ, ਜਿਹੜਾ ਕਿ ਬਰਦਾਸ਼ਤ ਨਹੀਂ ਕੀਤੀ ਜਾਏਗੀ। ਦੇਸ਼ ਦੀ ਆਜ਼ਾਦੀ ਘੁਲਾਟੀਆਂ ਨੇ ਇੱਥੇ ਜਿਹੜੀ ਹੈ ਸ਼ਹਾਦਤ ਦਾ ਜਾਮ ਪੀਤਾ ਸੀ। ਦੇਖੋ, ਇਹ ਜਿਹੜਾ ਸਾਕਾ ਹੋਇਆ ਸੀ ਨਾ, ਇਸ ਦੇਸ਼ ਦੀ ਆਜ਼ਾਦੀ ਲਈ ਇਹ ਸਭ ਤੋਂ ਵੱਡੀ ਫਾਊਂਡੇਸ਼ਨ, ਸਭ ਤੋਂ ਵੱਡਾ ਪਲੇਟਫਾਰਮ ਜਿਹੜਾ ਜਲਿਆਂਵਾਲਾ ਬਾਗ ਹੀ ਬਣਿਆ ਸੀ। ਤੁਸੀਂ ਵੀ ਖੁਦ ਜਾਣਦੇ ਹੋ ਵੀ 1915 ਦੇ ਵਿੱਚ ਮਹਾਤਮਾ ਗਾਂਧੀ ਜੀ ਇੱਥੇ ਇੰਡੀਆ ਦੇ ਵਿੱਚ ਆਉਂਦੇ ਆ, ਹਿੰਦੁਸਤਾਨ 'ਚ, ਔਰ ਹਿੰਦੁਸਤਾਨ 'ਚ ਆਉਣ ਤੋਂ ਬਾਅਦ ਇੱਥੇ ਜਿਹੜਾ ਹੈ ਉਹ ਦੇਖਦੇ ਆ ਵੀ ਦੇਸ਼ ਗੁਲਾਮ ਹੈ ਤੇ ਉਹਨੂੰ ਦੇਸ਼ ਦੀ ਗੁਲਾਮੀ ਦੀ ਜੰਜੀਰਾਂ ਤੋਂ ਕਿਸ ਤਰ੍ਹਾਂ ਉਹਨੂੰ ਬਾਹਰ ਕੱਢਿਆ ਜਾਵੇ। ਔਰ ਮਹਾਤਮਾ ਗਾਂਧੀ ਜੀ ਵੀ ਜਦੋਂ 1919 'ਚ ਜਦੋਂ ਇਹ ਸਾਕਾ ਆਇਆ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਸਾਕੇ ਤੋਂ ਬਾਅਦ, ਕਿ ਵੀ ਉਹਨਾਂ ਨੂੰ ਪਲਵਲ ਦੇ ਕੋਲ ਗ੍ਰਿਫਤਾਰੀ ਕਰ ਦਿੱਤੀ ਗਈ ਸੀ। ਸੋ ਇਹ ਗੱਲਾਂ ਹੈ ਕਿ ਵੀ ਦੇਖੋ, ਉਹ ਵੀ ਇੱਕ ਬੈਰਿਸਟਰ ਸੀ, ਇੰਨੇ ਵੱਡੇ ਬੈਰਿਸਟਰ ਸੀ, ਉਹ ਸਾਊਥ ਅਫਰੀਕਾ ਤੋਂ ਪੜ੍ਹ ਕੇ ਆਏ ਸੀ। ਔਰ ਦੂਸਰਾ ਇਹ ਹੈ ਕਿ ਅਗਰ ਜੇਕਰ ਤੁਸੀਂ ਕਹਿ ਰਹੇ ਹੋ ਵੀ ਇਹਦੇ ਨਵੀਨੀਕਰਨ ਦੇ ਨਾਲ ਜਿਹੜੀ ਤੋੜ-ਫੋੜ ਕੀਤੀ ਗਈ ਹੈ, ਦੇਖੋ ਅੱਜ ਕਿਸੇ ਨੂੰ ਵੀ ਪੁੱਛ ਲੋਗੇ, ਇੱਥੇ ਕਈ ਪਰਯਟਕ ਹਜ਼ਾਰਾਂ ਦੀ ਤਾਦਾਦ 'ਚ ਨੇ, ਉਹਨਾਂ ਨੂੰ ਉਹ ਫੀਲਿੰਗ ਨਹੀਂ ਆਊਗੀ ਕਿ ਇੱਥੇ ਐਡਾ ਵੱਡਾ ਸਾਕਾ ਹੋਇਆ ਸੀ। ਉਹ ਜਿਹੜੀ ਫੀਲਿੰਗ ਹੈ ਉਹ ਮਿਸਿੰਗ ਹੈ। ਜਿਵੇਂ ਤੁਸੀਂ ਗਲੀ 'ਚ ਵੇਖ ਲਓ ਜਾਂ ਕੂਏ ਦੇ ਵਿੱਚ, ਪੁਰਾਣਾ ਅਗਰ ਕੂਆ ਸੀ। ਤੁਹਾਡੇ ਮਨਾਂ 'ਚ ਹੁਣ ਕੀ ਚੱਲ ਰਿਹਾ? ਜਿਹੜੇ ਤੁਹਾਡੇ ਫਰੀडम ਫਾਈਟਰ ਪਰਿਵਾਰਿਕ ਨੇ, ਤੁਸੀਂ ਉਹਨਾਂ ਦੀ ਐਸੋਸੀਏਸ਼ਨ ਦੇ ਜਿਹੜੇ ਤੁਸੀਂ ਇੱਕ ਮੈਂਬਰ, ਕਮੇਟੀ ਦੇ ਮੈਂਬਰ ਵੀ ਹੋ, ਪ੍ਰਧਾਨ ਵੀ ਹੋ, ਕਿ ਤੁਹਾਡੇ ਮਨਾਂ 'ਚ ਕੀ ਚੱਲ ਰਿਹਾ ਜਿਸ ਕਦਰ ਦੇ ਨਾਲ ਇੱਥੇ ਨਵੀਨੀਕਰਨ ਦੇ ਨਾਮ ਤੇ ਜਿਹੜੀ ਇੱਥੇ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ? ਕਿ ਹੁਣ ਤੁਹਾਡੇ ਮਨਾਂ 'ਚ ਕੀ ਚੱਲ ਰਿਹਾ ਕਿ ਇੱਥੇ ਸਾਡੇ ਪਰਿਵਾਰਾਂ ਨੇ, ਜਿਹੜੇ ਇੱਥੇ ਪਰਿਵਾਰਿਕ ਮੈਂਬਰ ਨੇ, ਤੁਹਾਡੇ ਗ੍ਰੈਂਡਫਾਦਰ ਨੇ, ਉਹਨਾਂ ਨੇ ਸ਼ਹੀਦੀ ਪਾਈ ਸੀਗੀ, ਤੇ ਉਸ ਤੋਂ ਬਾਅਦ ਹੁਣ ਇਸ ਤਰ੍ਹਾਂ ਦੇ ਨਾਲ ਰਾਜਨੀਤੀ ਕੀਤੀ ਜਾ ਰਹੀ ਹੈ। ਬੀਜੇਪੀ ਕਹਿ ਰਹੀ ਹੈ ਅਸੀਂ ਨਵੀਨੀਕਰਨ ਕੀਤੀ ਹੈ ਤੇ ਕਾਂਗਰਸ ਪਾਰਟੀ ਕਹਿ ਰਹੀ ਹੈ ਸ਼ਹੀਦਾਂ ਦੇ ਨਾਲ ਅਪਮਾਨ ਕੀਤਾ ਗਿਆ। ਇਹ ਸਰਕਾਰਾਂ ਆਣੀਆਂ ਜਾਣੀਆਂ, ਸਰਕਾਰਾਂ ਨੇ ਆਈ ਜਾਣਾ, ਜਾਈ ਜਾਣਾ, ਲੇਕਿਨ ਇਤਿਹਾਸ ਜਿਹੜਾ ਉਹ ਹਮੇਸ਼ਾ ਸੱਚਾ ਰਹਿੰਦਾ, ਝੂਠਾ ਕਦੀ ਨਹੀਂ ਹੋ ਪਾਉਂਦਾ। ਇਤਿਹਾਸ ਦੇ ਪੰਨੇ ਕਦੀ ਨਹੀਂ ਝੂਠੇ ਹੋ ਸਕਦੇ, ਇਤਿਹਾਸ ਹਮੇਸ਼ਾ ਸੱਚਾ ਹੀ ਰਹਿਣਾ। ਸੋ ਇਸ ਕਰਕੇ ਮੈਂ ਤਾਂ ਤੁਹਾਡੇ ਚੈਨਲ ਰਾਹੀਂ ਇਹੋ ਹੀ ਕਹੂੰਗਾ ਕਿ ਕੋਈ ਵੀ ਸਰਕਾਰਾਂ, ਦੇਖੋ ਇਹਨੂੰ ਆਪਣਾ ਜਿਹੜਾ ਸਿਆਸੀ ਅਖਾੜਾ ਨਾ ਬਣਾਓ। ਇਹ ਸਿਆਸੀ ਅਖਾੜਾ ਨਹੀਂ ਹੈ, ਇਹ ਸਾਡੇ ਪੂਰਵਜਾਂ ਦੀ, ਉਹਨਾਂ ਦੇ ਬਲੀਦਾਨ ਦੇ ਉੱਤੇ ਬਹੁਤ ਵੱਡਾ ਇੱਕ ਤੁਸੀਂ ਹਮਲਾ ਕਰ ਰਹੇ ਹੋ ਪੰਜਾਬੀਆਂ ਦੀ ਵਿਰਸੇ ਦੇ ਉੱਤੇ। ਸੋ ਇਹਨਾਂ ਵਿਰਸੇ ਦੇ ਉੱਤੇ ਜੇਕਰ ਹਮਲਾ ਹੋਊਗਾ ਤੇ ਪੰਜਾਬੀ ਇਹਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਦੇ ਨਾਲ ਜਿਹੜੇ ਤੁਹਾਡੇ ਚੈਨਲ ਦੇ ਰਾਹੀਂ ਕਿ ਜੇ 102 ਸਾਲ ਬੀਤਣ ਤੋਂ ਬਾਅਦ ਵੀ ਸਾਨੂੰ ਆਪਣੇ ਤਾਮਰ ਪੱਤਰ ਜਾਂ ਉਹਨਾਂ ਦੀ ਸ਼ਹੀਦੀ ਦੇ ਸਰਟੀਫਿਕੇਟ ਜਾਂ ਉਹਨਾਂ ਦੇ ਬੰਦੀਆਂ ਫੈਸਿਲਿਟੀਆਂ ਅੱਜ ਦਰ ਫਿਰ ਕੇ ਮੰਗਣੀਆਂ ਪੈਂਦੀਆਂ ਪਈਆਂ, ਇਸ ਤੋਂ ਵੱਡੀ ਲਾਨਤ ਹੋਰ 75 ਸਾਲ, ਇਸ ਤੋਂ ਵੱਡੀ ਲਾਨਤ ਕੀ ਹੋ ਸਕਦੀ ਸਰਕਾਰਾਂ ਵਾਸਤੇ ਕਿ ਲਗਾਤਾਰ ਇਹ ਫਰੀडम ਫਾਈਟਰ ਪਰਿਵਾਰ ਵਾਲੇ ਲਗਾਤਾਰ ਹੀ ਤਾਮਰ ਪੱਤਰ ਲੈਣ ਦੇ ਲਈ ਤੇ ਸ਼ਹੀਦੀ ਦਾ ਦਰਜਾ ਲੈਣ ਦੇ ਲਈ ਲੜਾਈ ਲੜ ਰਹੇ ਨੇ। ਉੱਥੇ ਦੂਜੇ ਪਾਸੇ ਸਰਕਾਰਾਂ ਜਿਹੜੀਆਂ ਉਹ ਜਲਿਆਂਵਾਲੇ ਬਾਗ ਦੇ ਨਵੀਨੀਕਰਨ ਦੇ ਉੱਤੇ ਸਿਆਸਤ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ। ਸਰਕਾਰਾਂ ਦਾ ਕਹਿਣਾ ਹੈ ਕਿ ਨਵੀਨੀਕਰਨ ਦੇ ਚੱਲਦੇ ਕਰੋੜਾਂ ਰੁਪਏ ਖਰਚ ਕਰਕੇ ਜਿਹੜਾ ਇਹਦਾ ਸੁੰਦੀਕਰਨ ਕੀਤਾ ਗਿਆ। ਦੂਜੇ ਪਾਸੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਤੇ ਰਾਹੁਲ ਗਾਂਧੀ ਵੱਲੋਂ ਜਿਹੜਾ ਟਵੀਟ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਲਿਆਂਵਾਲੇ ਬਾਗ ਦੇ ਨਵੀਨੀਕਰਨ ਦੇ ਚੱਲਦੇ ਜਿਹੜੀ ਇੱਥੋਂ ਦੀ ਧਰੋਹਰ ਹੈ ਉਹਦੇ ਨਾਲ ਛੇੜਛਾੜ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਲੀਅਰ ਕੀਤਾ ਗਿਆ ਹੈ ਕਿ ਇਸ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਲੇਕਿਨ ਮੰਨ ਸਕਦੇ ਹਾਂ ਕਿ ਕਾਂਗਰਸ ਪਾਰਟੀ ਦੇ ਦੋ ਪਾਰਟ ਹੋ ਚੁੱਕੇ ਨੇ, ਜਿਹਦੇ ਵਿੱਚ ਉਹ ਲਗਾਤਾਰ ਆਪਸ ਵਿੱਚ ਪਿਸਦੇ ਹੋਏ ਨਜ਼ਰ ਆ ਰਹੇ ਨੇ। ਲੇਕਿਨ ਗੱਲ ਫਿਰ ਉਹੀ ਆਉਂਦੀ ਹੈ ਕਿ ਲੰਬਾ ਸਮਾਂ ਕਾਂਗਰਸ ਪਾਰਟੀ ਨੇ ਰਾਜ ਕੀਤਾ, ਰਾਜ ਕਰਨ ਤੋਂ ਬਾਅਦ ਵੀ ਇਹਨਾਂ ਸ਼ਹੀਦ ਪਰਿਵਾਰਾਂ ਨੂੰ
ਨੂੰ ਦਰਜਾ ਨਹੀਂ ਦਿੱਤਾ ਔਰ ਅੱਜ ਇਹਦੇ ਨਵੀਨੀਕਰਨ ਦੇ ਉੱਤੇ ਸਿਆਸਤ ਜਿਹੜੀ ਕੀਤੀ ਜਾ ਰਹੀ ਹੈ। ਤੁਹਾਨੂੰ ਤਸਵੀਰਾਂ ਇੱਕ ਵਾਰੀ ਦਿਖਾ ਰਹੇ ਹਾਂ ਕਿ ਕਿਸ ਕਦਰ ਨਵੀਨੀਕਰਨ ਦੇ ਨਾਮ ਤੇ ਇੱਥੇ ਸੁੰਦੀਕਰਨ ਦੇ ਨਾਮ ਤੇ ਕਿਸ ਕਦਰ ਜਿਹੜਾ ਇਹਦਾ ਜਿਹੜਾ ਸੁੰਦੀਕਰਨ ਕੀਤਾ ਗਿਆ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਜਲਿਆਂਵਾਲੇ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਬੀਜੇਪੀ ਵੱਲੋਂ ਲਗਾਤਾਰ ਵੱਡੇ ਦਾਅਵੇ ਕੀਤੇ ਗਏ ਕਿ ਨਵੀਨੀਕਰਨ ਦੇ ਚੱਲਦੇ ਇੱਥੋਂ ਦੀ ਸੁੰਦਰ ਜਿਹੜੀ ਆ ਲਾਈਟਿੰਗ ਸਾਊਂਡ ਜਿਹੜਾ ਇੱਥੇ ਰੱਖਿਆ ਗਿਆ, ਉਸ ਤੋਂ ਬਾਅਦ ਪੀਣ ਦਾ ਪਾਣੀ ਜਿਹੜਾ ਸਾਫ਼ ਮੁਹੱਈਆ ਕਰਵਾਇਆ ਗਿਆ, ਉਸ ਤੋਂ ਇਲਾਵਾ ਜਿਹੜੇ ਇੱਥੋਂ ਦੀ ਜਿਹੜੀ ਸਾਫ਼ ਸਫਾਈ ਆ ਉਸ ਨੂੰ ਲੈ ਕੇ ਵੀ ਸਵਾਲ ਕਾਫੀ ਚੁੱਕੇ ਗਏ ਨੇ। ਤੁਸੀਂ ਦੇਖੋ ਕਿਸ ਕਦਰ ਜਿਹੜੇ ਨੇ ਲੋਕ ਇੱਥੇ ਪਹੁੰਚੇ ਨੇ ਜਲਿਆਂਵਾਲੇ ਬਾਗ ਦੇ ਵਿੱਚ, ਕਿਉਂਕਿ 2 ਸਾਲ ਦੇ ਸਮੇਂ ਤੋਂ ਬਾਅਦ ਜਲਿਆਂਵਾਲੇ ਬਾਗ ਨੂੰ ਨਵੀਨੀਕਰਨ ਤੋਂ ਬਾਅਦ ਹੁਣ ਖੋਲ੍ਹਿਆ ਗਿਆ। ਉਦਘਾਟਨ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੀਤਾ ਗਿਆ ਸੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਟਵੀਟ ਕਰ ਦਿੱਤਾ ਗਿਆ ਕਿ ਆਖਿਰਕਾਰ ਇਹਦੇ ਨਵੀਨੀਕਰਨ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ। ਕਾਂਗਰਸ ਪਾਰਟੀ ਲਗਾਤਾਰ ਸਿਆਸਤ ਕਰਦੀ ਹੋਈ ਨਜ਼ਰ ਆ ਰਹੀ ਹੈ, ਲੇਕਿਨ ਇਹ ਸਿਆਸਤ ਜਿਹੜੀ ਹੈ ਉਹ ਸ਼ਹੀਦੀ ਥਲੇ ਦੇ ਉੱਤੇ ਨਹੀਂ ਹੋਣੀ ਚਾਹੀਦੀ। ਇਹ ਫਰੀडम ਫਾਈਟਰ ਪਰਿਵਾਰ ਕਹਿ ਰਹੇ ਨੇ। ਇਹ ਸਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਵੀ ਸਰਕਾਰ ਨੂੰ ਅਪੀਲ ਕਰਨਾ ਚਾਹਾਂਗੇ ਕਿ ਇਹਨਾਂ ਪਰਿਵਾਰਾਂ ਨੂੰ ਜਿਹੜਾ ਬੰਦਾ ਸ਼ਹੀਦੀ ਦਾ ਜਿਹੜਾ ਦਰਜਾ ਹੈ ਉਹ ਦਿੱਤਾ ਜਾਵੇ, ਕਿਉਂਕਿ ਲਗਾਤਾਰ ਇਹ ਪਰਿਵਾਰ ਜਿਹੜੇ ਨੇ ਉਹ ਜਦੋਜਹਿਦ ਕਰਦੇ ਹੋਏ ਨਜ਼ਰ ਆ ਰਹੇ ਨੇ। ਸੁਨੀਲ ਕਪੂਰ ਜੀ ਸਾਡੇ ਨਾਲ ਨੇ। ਸੁਨੀਲ ਕਪੂਰ ਜੀ, ਕੀ ਆਖਿਰਕਾਰ ਤੁਸੀਂ ਇਸ ਮਸਲੇ ਨੂੰ ਲੈ ਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰੋਗੇ ਜਾਂ ਫਿਰ ਸੀਐਮ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰੋਗੇ? ਕਿ ਤੁਸੀਂ ਵਾਅਦੇ ਬੜੇ ਕੀਤੇ ਨੇ, ਮੁਲਾਕਾਤਾਂ ਵੀ ਬੜੀਆਂ ਕੀਤੀਆਂ ਨੇ, ਲੇਕਿਨ ਜਿਹੜਾ ਬੰਦਾ ਮਾਨ ਸਨਮਾਨ ਹੈ ਉਹ ਕਦੋਂ ਦਿੱਤਾ ਜਾਏਗਾ? ਦੇਖੋ, ਇਹਦੇ ਬਾਰੇ ਅਸੀਂ ਇੱਕ ਪਹਿਲੇ ਤੇ ਤੁਹਾਨੂੰ ਦੱਸ ਦਈਏ ਵੀ 1 ਸਾਲ ਪਹਿਲੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਗ੍ਰਹਿ ਮੰਤਰੀ ਸਾਹਿਬ ਨੂੰ ਇੱਕ ਪੱਤਰ ਲਿਖਿਆ ਗਿਆ ਸੀ, ਜਿਸ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਦਿੱਤੀਆਂ ਸੀ। ਉਸ ਦੇ 13 ਮਹੀਨੇ ਬੀਤਣ ਦੇ ਬਾਅਦ ਵੀ ਅੱਜ ਤੱਕ ਉਹਨਾਂ ਮੰਗਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਜਿਵੇਂ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਵਰਚੁਅਲ ਹੋਇਆ ਸੀ, ਉਹਦੇ ਵਿੱਚ ਵੀ ਅਸੀਂ ਸੈਕਟਰੀ ਮਿਨਿਸਟਰੀ ਆਫ ਕਲਚਰ ਨੂੰ ਰਾਘਵਿੰਦਰ ਸਿੰਘ ਨੂੰ ਇਹਦਾ ਜਿਹੜਾ ਮੈਮੋਰੈਂਡਮ ਦੀ ਕਾਪੀ ਦੁਬਾਰਾ ਦੇ ਦਿੱਤੀ ਗਈ ਹੈ। ਔਰ ਉਹਨਾਂ ਦਾ ਅੱਜ ਹੀ ਸਵੇਰੇ ਮੈਨੂੰ ਫੋਨ ਆਇਆ ਕਿ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਣਾ ਕਿ ਅਸੀਂ ਜਲਦ ਤੋਂ ਜਲਦ ਇਹਦੇ 'ਚ ਜਿਹੜੀ ਕੋਤਾਹੀਆਂ ਕੀਤੀਆਂ ਗਈਆਂ ਨੇ ਉਹਨੂੰ ਅਸੀਂ ਜਲਦ ਤੋਂ ਜਲਦ ਠੀਕ ਕਰਕੇ ਇਹਨੂੰ ਫੇਰ ਦੁਬਾਰਾ ਪਬਲਿਕ ਡੋਮੇਨ ਲਈ ਖੋਲ੍ਹ ਦੇਵਾਂਗੇ। ਦੂਸਰਾ ਕਿ ਜਿਵੇਂ ਕਿ ਸ਼ਹੀਦਾਂ ਦਾ ਦਰਜਾ, ਦੇਖੋ ਜੇਕਰ ਕੈਪਟਨ ਅਮਰਿੰਦਰ ਸਿੰਘ ਸਾਹਿਬ ਇੱਥੇ ਆਂਦੇ ਆਨੰਦ ਪਾਰਕ ਦੇ ਵਿੱਚ ਜਲਿਆਂਵਾਲਾ ਬਾਗ ਦਾ ਦੁਬਾਰਾ ਉਦਘਾਟਨ ਜਿਹੜਾ ਪੰਜਾਬ ਸਰਕਾਰ ਨੇ ਬਣਾਇਆ ਉੱਥੇ, ਜੇਕਰ ਉਹਨਾਂ ਕੋਲ ਸਾਡੇ ਵਾਸਤੇ 5 ਮਿੰਟ ਨਹੀਂ ਹੈ ਤੇ ਫਿਰ ਉਹ ਕਾਹਦੇ ਵਾਸਤੇ ਇੱਥੇ ਆਏ? ਦੇਖੋ, ਇੱਕ ਅਗਰ ਕਿਸੇ ਦਾ ਘਰ ਦੇ ਵਿੱਚ ਸ਼ੋਕ ਸਭਾ ਹੋਵੇ ਜਾਂ ਸ਼ਾਦੀ ਦਾ ਸਮਾਰੋਹ ਹੋਵੇ ਤੇ ਜੇ ਉਸ ਸ਼ੋਕ ਸਭਾ ਜਾਂ ਸਮਾਰੋਹ ਦੇ ਵਿੱਚ ਤੁਸੀਂ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਮਿਲਦੇ ਹੀ ਨਹੀਂ ਹੋ ਤੇ ਇਸ ਤੋਂ ਵੱਡੀ ਸ਼ਰਮਨਾਕ ਹੋਰ ਕੀ ਗੱਲ ਹੋ ਸਕਦੀ ਹੈ? ਕੁੱਲ ਮਿਲਾ ਕੇ ਗੱਲ ਕਰੀਏ ਕਿ ਹੁਣ ਪਰਿਵਾਰ ਜਿਹੜੇ ਨੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਕਿ ਆਖਿਰਕਾਰ ਕਿਉਂ ਤੁਹਾਨੂੰ ਸਨਮਾਨ ਨਹੀਂ ਦਿੱਤਾ ਗਿਆ? ਇੰਨੇ ਸਮੇਂ 102 ਸਾਲ ਪੂਰੇ ਹੁੰਦੇ ਨੇ, ਸਰਕਾਰ ਰਾਜਨੀਤੀ ਕਰਦੀ ਹੈ, ਹਰ ਇੱਕ ਪਾਰਟੀ ਬਿਆਨ ਵੀ ਕਰਦੀ ਹੈ, ਕਈ ਸਮਾਜ ਸੇਵੀ ਵੀ ਅੱਗੇ ਆਉਂਦੇ ਨੇ, ਪਰ ਤੁਹਾਡੇ ਪਰਿਵਾਰਾਂ ਦੇ ਨਾਲ ਸਹਾਨੁਭੂਤੀ ਤੋਂ ਇਲਾਵਾ ਕੁਝ ਵੀ ਫਾਇਦਾ ਜਾਂ ਕਹਿ ਸਕਦੇ ਕਿ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ? ਦੇਖੋ, ਜੇਕਰ ਇਹ ਵਰਚੁਅਲ ਮੀਟਿੰਗ ਦੇ ਵਿੱਚ ਕਹੀਏ, ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਵਰਚੁਅਲ ਇਹਦੀ ਇਨੋਗ੍ਰੇਸ਼ਨ ਕੀਤੀ ਹੈ ਉਸ ਦੇ ਵਿੱਚ ਵੀ ਪ੍ਰਧਾਨ ਮੰਤਰੀ ਸਾਹਿਬ ਤੋਂ ਅਸੀਂ ਸਿਰਫ 2 ਮਿੰਟ ਇਹਨਾਂ ਦੇ ਅਧਿਕਾਰੀਆਂ ਤੋਂ ਟਾਈਮ ਮੰਗਿਆ ਸੀ ਕਿ ਸਾਨੂੰ 2 ਮਿੰਟ ਹੀ ਦਿੱਤੇ ਜਾਣ ਤਾਂ ਜੋ ਅਸੀਂ ਆਪਣੀ ਭਾਵਨਾਵਾਂ ਉਹਨਾਂ ਨਾਲ ਸ਼ੇਅਰ ਕਰ ਸਕੀਏ, ਪਰ ਉਹਨਾਂ ਕੋਲ ਸ਼ਾਇਦ ਉਹ ਵੀ 2 ਮਿੰਟ ਨਹੀਂ ਨਿਕਲੇ ਕਿ ਸਾਡੀ ਭਾਵਨਾਵਾਂ ਉਹਨਾਂ ਦੇ ਨਾਲ ਸ਼ੇਅਰ ਹੋ ਜਾਣ। ਜਿਹੜਾ ਤੁਸੀਂ ਸਵਾਲ ਇਹ ਕੀਤਾ ਹੈ ਵੀ ਸ਼ਹੀਦਾਂ ਦਾ ਦਰਜਾ, ਦੇਖੋ ਸ਼ਹੀਦਾਂ ਦਾ ਦਰਜਾ ਜਿਹੜਾ ਨਾ, ਜੇਕਰ ਜੇ ਤੁਸੀਂ ਆਪਣੇ ਵਿਰਸੇ ਦੇ ਵਿੱਚ ਜੇ ਸ਼ਹੀਦਾਂ ਦੇ ਦਰਜੇ ਨੂੰ ਸ਼ਾਮਿਲ ਹੀ ਨਹੀਂ ਕਰ ਪਾਓਗੇ ਤੇ ਫਿਰ ਇਹੋ ਜਿਹੀਆਂ ਇਮਾਰਤਾਂ ਬਣਾਉਣ ਦਾ ਕੀ ਫਾਇਦਾ ਜਿੱਥੇ 100 ਕਰੋੜ ਰੁਪਇਆ ਲਾ ਦਿਓ ਤੇ ਉੱਥੇ ਸ਼ਹੀਦਾਂ ਦੇ ਪਰਿਵਾਰਾਂ ਦੇ ਜੇ ਨਾਮ ਹੀ ਨਾ ਲਿਖੇ ਹੋਣ, ਉਹਨਾਂ ਦੇ ਪਰਿਵਾਰਾਂ ਦੇ ਜੇਕਰ ਫੋਟੋਆਂ ਹੀ ਨਾ ਲੱਗੀਆਂ ਹੋਣ, ਉਹਨਾਂ ਦੀ ਵੀਰ ਗਥਾਵਾਂ ਹੀ ਨਾ ਲਿਖੀਆਂ ਹੋਣ ਤੇ ਇਹੋ ਜਿਹੇ ਸਮਾਰਕ ਚਾਹੇ ਤੁਸੀਂ 1000 ਸਮਾਰਕ ਵੀ ਹੋਰ ਬਣਾ ਲਓ, ਇੱਥੇ ਇੰਨੇ ਪਰਯਟਕ ਆਏ ਨੇ ਉਹ ਸਾਰੇ ਇਹੋ ਹੀ ਸਵਾਲ ਕਰ ਰਹੇ ਨੇ ਕਿ ਇੱਥੇ ਸ਼ਹੀਦਾਂ ਦੇ ਨਾਮ ਨਹੀਂ ਹੈ, ਸ਼ਹੀਦਾਂ ਦੇ ਉਹਨਾਂ ਦੇ ਜਿਹੜੇ ਆ ਫੋਟੋਆਂ ਨਹੀਂ ਹੈ, ਉਹਨਾਂ ਦੀ ਵੀਰ ਗਥਾਵਾਂ ਨਹੀਂ ਹੈ। ਸੋ ਅਸੀਂ ਕੀ ਵੇਖਣ ਆਏ ਆ ਵੀ ਇੱਥੇ ਕਿਆ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਉਹ ਇੱਕ ਦੇਖੋ ਬ੍ਰਿਟਿਸ਼ ਸਰਕਾਰ ਦਾ ਇੱਕ ਇੱਥੇ ਉਹ ਵੀ ਮਿਸਿੰਗ ਹੈ ਕਿ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਉਹਦੇ 'ਚ ਜਲਿਆਂਵਾਲੇ ਬਾਗ ਦਾ ਕੁਝ ਵੀ ਜਿਹੜਾ ਉਸ ਸਾਕੇ ਦੇ ਬਾਰੇ ਇੰਨਾ ਜ਼ਿਆਦਾ ਡਿਟੇਲ 'ਚ ਨਹੀਂ ਦੱਸਿਆ ਗਿਆ ਜਿੰਨਾ ਕਿ ਡਿਟੇਲ 'ਚ ਦੱਸਣਾ ਚਾਹੀਦਾ ਸੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਇਹਨਾਂ ਪਰਿਵਾਰਾਂ ਦੇ ਮਨਾਂ ਦੇ ਵਿੱਚ ਰੋਸ਼ ਹੈ। ਇਹਨਾਂ ਦਾ ਕਹਿਣਾ ਹੈ ਕਿ ਜੋ ਬੰਦਾ ਮਾਨ ਸਨਮਾਨ ਹੈ ਉਹ ਤੇ ਸਰਕਾਰ ਨਹੀਂ ਦਿੰਦੀ, ਲੇਕਿਨ ਸਰਕਾਰ ਜਿਹੜੀ ਜਲਿਆਂਵਾਲੇ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਜਿਹੜੀ ਰਾਜਨੀਤੀ ਜ਼ਰੂਰ ਕਰਦੀ ਹੈ। ਕੁਝ ਤੁਸੀਂ ਦੇਖ ਸਕਦੇ ਹੋ ਕਿ ਜਲਿਆਂਵਾਲਾ ਬਾਗ ਦੇ ਵਿੱਚ ਜਿਹੜੇ ਅੱਜ ਕਈ ਲੋਕ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ, ਉਹਨਾਂ ਨਾਲ ਵੀ ਜਾਣਕਾਰੀ ਲੈਂਦੇ ਆ ਕਿ ਆਖਿਰਕਾਰ ਉਹਨਾਂ ਨੇ ਜਲਿਆਂਵਾਲੇ ਬਾਗ ਦੀ ਇਸ ਨਈ ਤਸਵੀਰ ਤੇ ਉਹਨਾਂ ਦਾ ਕੀ ਕਹਿਣਾ ਹੈ, ਕਿਉਂਕਿ ਜਿਸ ਕਦਰ ਦੇ ਨਾਲ ਚੇਂਜਸ ਕੀਤੀਆਂ ਗਈਆਂ ਨੇ ਉਹਨਾਂ ਨੂੰ ਲੈ ਕੇ ਸਵਾਲ ਉੱਠਣੇ ਤੇ ਲਾਜ਼ਮੀ ਨੇ। ਕਿਸ ਤਰ੍ਹਾਂ ਦੇ ਨਾਲ ਜਿਹੜੀ ਚੇਂਜਸ ਕੀਤੀ ਗਈ ਹੈ, ਕੁਝ ਲੋਕ ਐਸੇ ਨੇ ਜਿਹੜੇ ਪਹਿਲੇ ਵੀ ਆ ਚੁੱਕੇ ਨੇ ਤੇ ਹੁਣ ਉਹ ਇੱਥੇ ਪਹੁੰਚੇ ਨੇ। ਕੀ ਕਹਿਣਾ ਚਾਹੋਗੇ ਜੀ ਜਲਿਆਂਵਾਲੇ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਕਿਸ ਕਦਰ ਤੁਹਾਨੂੰ ਦੇਖਣ ਨੂੰ ਮਿਲਿਆ, ਕੁਝ ਚੇਂਜਸ ਮਿਲੀ ਹੈ? हाँ साहब, चेंजिंग तो है। पहले तो हमने देखा ही नहीं था, हमने तो अभी देखा है। जो पहले तो देखते तो फिर मालूम ही पड़ता है उसमें। क्या कहना चाहेंगे जो अभी चेंजेस की गई है, नवीनीकरण किया गया है, इससे कितना संतुष्ट हैं आप? अच्छा लग रहा है।
हाँ आप देख सकते हैं कुछ ऐसे लोग हैं जो कि ਬਾਹਰੋਂ ਆਏ ਨੇ, ਉਹਨਾਂ ਦਾ ਕਹਿਣਾ ਹੈ ਕਿ ਇੱਥੇ ਆ ਕੇ ਉਹਨਾਂ ਨੂੰ ਚੰਗਾ ਲੱਗ ਰਿਹਾ ਕਿ ਕੁਝ ਲੋਕ ਐਸੇ ਵੀ ਨੇ ਜਿਹੜੇ ਪਹਿਲੇ ਵੀ ਇੱਥੇ ਆ ਚੁੱਕੇ ਨੇ, ਇੱਥੇ ਜਿਹੜੇ ਨੇ ਕਈ ਵਾਰ ਇੱਥੇ ਪਹੁੰਚ ਚੁੱਕੇ ਨੇ ਤੇ ਉਹਨਾਂ ਨੂੰ ਪਤਾ ਹੋਏਗਾ ਕਿ ਚੇਂਜਸ ਕੀ ਕੀਤੀ ਗਿਆ। ਮੈਡਮ ਤੁਸੀਂ ਇੱਥੇ ਆਏ ਹੋ, ਕੀ ਕਹਿਣਾ ਚਾਹੋਗੇ ਕਿ ਇੱਥੇ ਚੇਂਜਸ ਕੁਝ ਦੇਖਣ ਨੂੰ ਮਿਲੀ ਹੈ ਤੁਹਾਨੂੰ? ਜਲਿਆਂਵਾਲਾ ਬਾਗ ਦੇ ਵਿੱਚ ਪਹਿਲੇ ਵੀ ਆ ਚੁੱਕੇ ਹੋ? नहीं काफ़ी देर बाद आए। ਕਾਫੀ ਦੇਰ। ਕੁਝ ਬਦਲਾਵ ਇੱਥੇ ਦੇਖਣ ਨੂੰ ਮਿਲਿਆ ਤੁਹਾਨੂੰ? हाँ काफ़ी है मतलब। ਕਾਫੀ ਬਦਲਾਵ ਹੈ ਤੇ ਲੱਗਦਾ ਹੈ ਕਿ ਉਹ ਸ਼ਹੀਦੀ ਦਲੀ ਜਿਹੜੀ ਹੈ ਜਲਿਆਂਵਾਲਾ ਬਾਗ ਜਿੱਥੇ ਕਈ ਸ਼ਹੀਦਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਉਹਨਾਂ ਦੀ ਧਰੋਹਰ ਨਾਲ ਛੇੜਛਾੜ ਕੀਤੀ ਗਈ ਹੈ। सुनन च तो आया फिर की गई है। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜੇ ਆਮ ਲੋਕ ਇੱਥੇ ਪਹੁੰਚੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਹੈ ਕਿ ਕੁਝ ਚੇਂਜਸ ਤਾਂ ਕੀਤੀ ਗਈ ਹੈ, ਕਾਫੀ ਬਦਲਾਵ ਕੀਤੇ ਗਏ ਨੇ ਸੁੰਦੀਕਰਨ ਦੇ ਨਾਮ ਦੇ ਉੱਤੇ, ਕਾਫੀ ਜਿਹੜੀ ਇੱਥੇ ਚੇਂਜਸ ਕੀਤੀ ਗਈ, ਜਿਸ ਤੋਂ ਬਾਅਦ ਹੁਣ ਸ਼ਰਧਾਲੂ ਤੁਸੀਂ ਦੇਖੋ ਕਿਸ ਕਦਰ ਦੇ ਨਾਲ ਜਿਹੜੇ ਇੱਥੇ ਪਹੁੰਚੇ ਨੇ। ਹਾਲਾਂਕਿ ਇਹਦਾ ਸਮਾਂ ਜਿਹੜਾ ਸੀ ਪਹਿਲੇ 5 ਵਜੇ ਦਾ ਰੱਖਿਆ ਗਿਆ ਸੀ, ਉਸ ਤੋਂ ਬਾਅਦ ਜਿਹੜਾ ਇਹਦਾ ਸਮਾਂ ਵਧਾ ਦਿੱਤਾ ਗਿਆ, 8 ਵਜੇ ਦਾ ਕਰ ਦਿੱਤਾ ਗਿਆ। ਤੁਸੀਂ ਦੇਖੋ ਕਿਸ ਕਦਰ ਨਵੀਂ ਤਸਵੀਰ ਜਿਹੜੀ ਹੈ ਜਲਿਆਂਵਾਲਾ ਬਾਗ ਦੀ ਜਿਹੜੀ ਦਿਖਾਈ ਦੇ ਰਹੀ ਹੈ, ਕਿਸ ਕਦਰ ਦੇ ਨਾਲ ਸੁੰਦੀਕਰਨ ਕੀਤਾ ਗਿਆ, ਸੁੰਦਰ ਪਾਰਕ ਬਣਾਈ ਗਈ ਹੈ, ਜਿੱਥੇ ਗੋਲੀਆਂ ਦੇ ਨਿਸ਼ਾਨ ਲੱਗੇ ਗਏ ਸੀ ਉੱਥੇ ਲਾਈਟਿੰਗ ਜਿਹੜੀ ਹੈ ਉਹ ਤੁਸੀਂ ਦੇਖੋ ਕਿਸ ਕਦਰ ਉੱਥੇ ਲਾਈਟਿੰਗ ਦਾ ਇੰਤਜ਼ਾਮ ਕੀਤਾ ਗਿਆ ਤੇ ਨਾਲ ਉੱਥੇ ਮਾਰਕਿੰਗ ਲਗਾਈ ਗਈ ਹੈ ਤੇ ਪੂਰਾ ਜਿਹੜੇ ਸ਼ਰਧਾਲੂ ਇੱਥੇ ਪਹੁੰਚਦੇ ਨੇ ਉਹ ਹੁਣ ਜਿਹੜਾ ਹੈ ਉਹ ਇਸ ਚੀਜ਼ ਦਾ ਅਨੁਮਾਨ ਕਰ ਸਕਦੇ ਨੇ ਕਿ ਕਿਸ ਕਦਰ ਇੱਥੇ ਜਿਹੜੇ ਜਦੋਂ ਸ਼ਹੀਦ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਕਿਸ ਕਦਰ ਉਹ ਇੱਥੇ ਸ਼ਹੀਦ ਹੋਏ ਹੋਣਗੇ, ਉਹਨਾਂ ਦੀ ਸ਼ਹਾਦਤ ਨੂੰ ਕਿਸ ਤਰ੍ਹਾਂ ਯਾਦ ਕੀਤਾ ਗਿਆ ਹੋਵੇਗਾ। ਤੁਸੀਂ ਦੇਖੋ ਕਿ ਕਿਸ ਕਦਰ ਇੱਥੇ ਲਾਈਟਿੰਗ ਜਿਹੜੀ ਹੈ ਉਹ ਜਲਿਆਂਵਾਲਾ ਬਾਗ ਦੇ ਵਿੱਚ ਲਗਾਈ ਗਈ ਹੈ, ਜਿਸ ਨੂੰ ਲੈ ਕੇ ਬੀਜੇਪੀ ਵੱਲੋਂ ਵੱਡੇ ਦਾਅਵੇ ਕੀਤੇ ਗਏ ਸੀਗੇ ਤੇ ਉਹਨਾਂ ਦਾਅਵਿਆਂ ਦੇ ਕਿੰਨੀ ਸੱਚਾਈ ਹੈ ਅੱਜ ਇੰਡੀਆ ਨਿਊਜ਼ ਦੇ ਮਾਧਿਅਮ ਦੇ ਨਾਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਆਖਿਰਕਾਰ ਇਹਦੀ ਸੱਚਾਈ ਹੈ ਕਿ ਕਿਉਂਕਿ ਲਗਾਤਾਰ 2 ਦਿਨ ਤੋਂ ਹੀ ਇਹ ਬਹਿਸ ਛਿੜੀ ਹੋਈ ਹੈ ਕਿ ਜਲਿਆਂਵਾਲਾ ਬਾਗ ਦੀ ਨਵੀਨੀਕਰਨ ਨੂੰ ਲੈ ਕੇ ਜਿਹੜਾ ਇੱਥੇ ਧਰੋਹਰ ਦੇ ਨਾਲ ਛੇੜਛਾੜ ਕੀਤੀ ਗਈ ਹੈ। ਸੁਨੀਲ ਜੀ ਕੀ ਇਹ ਦੇਖ ਰਹੇ ਹੁਣ ਨਵੀਂ ਬਦਲਾਵ ਜਿਹੜਾ ਦੇਖਣ ਨੂੰ ਮਿਲ ਰਿਹਾ, ਲਾਈਟਿੰਗ ਸੁੰਦਰ ਲਾਈਟਿੰਗ ਲਗਾਈ ਹੈ, ਲੋਕ ਇੱਥੇ ਬੈਠੇ ਨੇ ਆਨੰਦ ਮਾਣਨੇ ਨੇ, ਕਿ ਇਸ ਬਦਲਾਵ ਦੇ ਨਾਲ ਸ਼ਹੀਦਾਂ ਦਾ ਅਪਮਾਨ ਹੋਇਆ? ਨਹੀਂ ਦੇਖੋ, ਇਹ ਲਾਈਟਿੰਗ ਬਾਰੇ ਤੁਸੀਂ ਗੱਲ ਨਾ ਕਰੋਗੇ ਵੀ ਲਾਈਟਿੰਗ ਕੀਤੀ ਹੈ, ਲਾਈਟਿੰਗ ਤੇ ਚਲੋ ਦੇਖੋ ਹੋਣੀ ਚਾਹੀਦੀ ਸੀ, ਲੇਕਿਨ ਇਸ ਦੇ ਨਾਲ ਤੁਸੀਂ ਇਹ ਦੇਖੋ ਨਾ ਕਿ ਵੀ ਜਿਹੜੀ ਹਿਸਟੋਰਿਕ ਬਿਲਡਿੰਗ ਸੀ, ਜਿਹੜੀ ਕੂਆਂ ਸੀ, ਉਹ ਗਲੀ ਸੀ, ਠੀਕ ਹੈ, ਇੱਥੇ ਸ਼ਹੀਦਾਂ ਦੇ ਨਾਮ ਨਹੀਂ ਹੈ, ਸ਼ਹੀਦਾਂ ਦੇ ਉਹਨਾਂ ਦੇ ਜਿਹੜੇ ਸਾਰੇ ਜਿਹੜੇ ਉਹ ਮਿਟ ਗਏ ਨੇ ਕਿ ਵੀ ਉਹਨਾਂ ਦੇ ਜਿਹੜੀ ਵੀਰ ਗਾਥਾਵਾਂ ਆ ਉਹ ਸਾਰੀਆਂ ਕਿਤੇ ਵੀ ਮਿਸਿੰਗ ਹੈ। ਦੂਸਰਾ ਤੁਸੀਂ ਉਹ ਗਲੀ ਦੇ ਵਿੱਚੋਂ ਤੁਸੀਂ ਖੁਦ ਲੰਘ ਕੇ ਆਏ ਹੋ, ਉੱਥੇ ਪਹਿਲੇ ਕੰਧਾਂ ਬੋਲਦੀਆਂ ਸੀ ਕਿ ਇੱਥੋਂ ਇਸ ਤਰ੍ਹਾਂ ਦਾ ਸਾਕਾ ਐਡਾ ਵੱਡਾ ਹੋਇਆ ਹੋਊਗਾ, ਲੇਕਿਨ ਅੱਜ ਉੱਥੇ ਮਿਊਰਲ ਲਗਾ ਦਿੱਤੇ ਗਏ ਨੇ। ਮੈਂ ਪ੍ਰਧਾਨ ਮੰਤਰੀ ਸਾਹਿਬ ਜਾਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਇੱਕ ਵਾਰੀ ਜੇ ਦੁਬਾਰਾ ਵਿਜ਼ਿਟ ਕਰਨ ਤਾਂ ਖੁਦ ਉਹ ਆਪ ਮਹਿਸੂਸ ਕਰਨਗੇ ਕਿ ਵਾਕਈ ਇਹ ਚੀਜ਼ ਇੱਕ ਮਿਸਿੰਗ ਹੈ, ਇਹ ਸੋਲ ਤੋਂ ਮਿਸਿੰਗ ਹੈ। ਕਿਉਂ ਮਿਸਿੰਗ ਹੈ ਕਿ ਦੇਖੋ ਇਹ ਜਿਹੜੀ ਗਲੀ ਸੀ ਸੰਕਰੀਆ ਸੀ, ਇਹਦਾ ਵੀ ਰਸਤਾ ਥੋੜਾ ਚੌੜਾ ਕਰ ਦਿੱਤਾ ਗਿਆ ਹੈ, ਇਹ ਗਲੀ ਐਡੀ ਚੌੜੀ ਨਹੀਂ ਸੀ। ਦੂਸਰਾ ਕਿ ਇਹਦੇ ਵਿੱਚ ਜਿਹੜੇ ਤੁਸੀਂ ਮਿਊਰਲ ਲਗਾ ਦਿੱਤੇ ਗਏ ਨੇ ਉਹ ਮਿਊਰਲ ਪਹਿਲੇ ਕਦੀ ਜ਼ਿੰਦਗੀ 'ਚ ਨਹੀਂ ਲੱਗੇ ਸੀ। ਔਰ ਜੇਕਰ ਤੁਸੀਂ ਇਤਿਹਾਸ ਦੇ ਬਾਰੇ ਜਾਣਦੇ ਹੋ ਕਿ ਵੀ ਇਤਿਹਾਸ ਦੀ ਕਿਤਾਬਾਂ ਦੇ NCERT ਦੀ ਕਿਤਾਬਾਂ 'ਚ ਲੈ ਲਓ ਜਾਂ ਪੰਜਾਬ ਸਕੂਲ ਐਜੂਕੇਸ਼ਨ ਦੀ ਬੋਰਡ ਜਾਂ CBSE ਦਾ ਵੀ, ਤੇ ਉਹਦੇ ਵਿੱਚ ਵੀ ਜੇ ਕੂਏ ਦਾ ਤੁਸੀਂ ਦੇਖੋਗੇ ਤਾਂ ਕੂਆ ਜਿਹੜਾ ਉਹ ਪੁਰਾਣਾ ਸੀ, ਪੁਰਾਣੀ ਇਮਾਰਤ ਸੀ, ਜੇ ਅੱਜ ਵੀ ਉਹਦੀ ਫੋਟੋਆਂ ਜਿਹੜੀਆਂ ਪੁਰਾਣੀਆਂ ਇਮਾਰਤ ਦੀਆਂ ਲੱਗੀਆਂ ਹੋਈਆਂ। ਤੇ ਕੱਲ ਮੇਰਾ ਲਾਸਟ ਸਵਾਲ ਹੈ ਕਿ ਜਦੋਂ ਇਸ ਦਾ ਨਵੀਨੀਕਰਨ ਕੀਤਾ ਗਿਆ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਲਾਹ ਮਸ਼ਵਰਾ ਕੀਤਾ ਗਿਆ ਕਿ ਆਖਿਰਕਾਰ ਇਸ ਤਰ੍ਹਾਂ ਦੀ ਚੇਂਜਸ ਕੀਤੀ ਜਾਏਗੀ ਜਾਂ ਇਸ ਤਰ੍ਹਾਂ ਦੀ ਲਾਈਟਿੰਗ ਲਗਾਈ ਜਾਏਗੀ? ਇਸ ਦੇ ਨਾਲ ਕਿੰਨਾ ਕੁ ਸਹਿਮਤ ਹੋ ਕਿ ਆਖਿਰਕਾਰ ਸਲਾਹ ਕਰਨੀ ਚਾਹੀਦੀ ਸੀ ਇਸ ਨੂੰ ਲੈ ਕੇ, ਕਿਉਂਕਿ ਤੁਹਾਡਾ ਇੱਕ ਅਹਿਮ ਯੋਗਦਾਨ ਰਿਹਾ ਤੁਹਾਡੇ ਪਰਿਵਾਰਾਂ ਦਾ, ਫਰੀडम ਫਾਈਟਰ ਪਰਿਵਾਰਾਂ ਚੋਂ ਜੋ ਤੁਸੀਂ, ਤੇ ਇੱਕ ਅਹਿਮ ਯੋਗਦਾਨ ਤੁਹਾਡੇ ਗ੍ਰੈਂਡਫਾਦਰ ਨੇ ਲਿੱਤਾ। ਔਰ 31 ਪਰਿਵਾਰ ਐਸੇ ਨੇ, ਕਈ ਹੋਰ ਵੀ ਨੇ ਜਿਹੜੇ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਕਈ ਪਰਿਵਾਰ ਐਸੇ ਨੇ ਤੇ ਭਾਰਤ ਦੇ ਵਿੱਚ ਵੀ ਨੇ, ਤੇ ਕਿਹਾ ਜਾ ਸਕਦਾ ਕਿ ਉਹਨਾਂ ਦੀ ਸਲਾਹ ਲੈਣੀ ਜ਼ਰੂਰੀ ਸੀਗੀ ਕਿਉਂਕਿ ਇੱਕ ਆਨੰਦ ਪਾਰਕ ਬਣਾਈ ਗਈ, ਮਿੱਟੀ ਉੱਥੇ ਪਾਈ ਗਈ, ਤੁਸੀਂ ਵੀ ਉੱਥੇ ਪਹੁੰਚੇ ਸੀ, ਮੌਜੂਦ ਸੀ, ਸਟੇਜ ਤੇ ਤੁਹਾਡਾ ਸਵਾਗਤ ਵੀ ਕੀਤਾ ਗਿਆ, ਤੇ ਅਗਰ ਉੱਥੇ ਆਨੰਦ ਪਾਰਕ ਦੇ ਵਿੱਚ ਮਿੱਟੀ ਮੰਗਾਈ ਗਈ ਤੇ ਇੱਥੇ ਵੀ ਮਿੱਟੀ ਬੁਲਾਈ ਜਾ ਸਕਦੀ ਸੀ, ਇੱਥੇ ਵੀ ਕੁਝ ਐਸਾ ਕੀਤਾ ਜਾ ਸਕਦਾ ਸੀ ਜਿਹੜਾ ਨਹੀਂ ਕੀਤਾ ਗਿਆ। ਦੇਖੋ ਉਹ ਚੀਜ਼ਾਂ ਮਿਸਿੰਗ ਨੇ, ਇੱਕ ਫੀਲਿੰਗ ਹੁੰਦੀ ਇੱਕ ਸੋਲ ਤੋਂ, ਉਹ ਨਾ ਤੇ ਕਮਿਊਨੀਕੇਸ਼ਨ ਸਾਡਾ ਰਿਹਾ ਇਹਨਾਂ ਦੇ ਨਾਲ, ਨਾ ਹੀ ਇਹਨਾਂ ਦੇ ਅਧਿਕਾਰੀਆਂ ਨੇ ਕਿਸੇ ਨੇ ਉਪਰਾਲਾ ਕੀਤਾ। ਮੈਂ ਈਵਨ ਕਿ ਇੱਥੇ SK ਮੁਖਰਜੀ ਬੈਠੇ ਨੇ ਜਿਹੜੇ ਸੈਕਟਰੀ ਜਿਨ੍ਹਾਂ ਨੂੰ ਬਣਾਇਆ, ਇਹਨਾਂ ਤੋਂ ਵੀ ਸਵਾਲ ਕਰਦਾ ਵੀ ਇਹਨਾਂ ਨੇ ਵੀ ਅੱਜ ਤੱਕ ਕਿਸੇ ਪਰਿਵਾਰ ਨੂੰ ਅੱਜ ਤੱਕ ਕੋਈ ਬੁਲਾ ਕੇ ਵੀ ਕੋਈ ਇਨਫੋਰਮੇਸ਼ਨ ਨਹੀਂ ਲਈ ਵੀ ਸੈਕਟਰੀ ਕਿਸ ਚੀਜ਼ ਦਾ ਬਣਾਇਆ, ਵੀ ਖਾਲੀ ਤਨਖਾਹ ਦੇਣ ਵਾਸਤੇ, ਵੀ ਇਹ ਤਨਖਾਹਾਂ ਇਕੱਠੀਆਂ ਕਰੇ ਤੇ ਲੈ ਜਾਵੇ ਇੱਥੋਂ, ਵੀ ਇਹਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਵੀ ਇੱਥੇ ਬੈਠ ਕੇ ਉਹਨਾਂ ਪਰਿਵਾਰਾਂ ਦੇ ਨਾਲ ਇਹਨੂੰ ਪੁੱਛੋ ਵੀ ਅੱਜ ਤੱਕ ਤੂੰ ਕਿੰਨੇ ਪਰਿਵਾਰ ਲੱਭ ਕੇ ਦਿੱਤੇ ਨੇ? ਕੋਈ ਪਰਿਵਾਰ ਨਹੀਂ ਲੱਭ। ਜੇਕਰ ਅਸੀਂ ਇਹਦੀ ਮੈਂ ਪਿਛਲੇ 25 ਸਾਲ ਤੋਂ ਭਾਲ ਕਰ ਰਹੇ ਹਾਂ ਕਈ ਪਰਿਵਾਰਾਂ ਦੀ, ਜਿਹਦੇ ਨਾਲ ਅਸੀਂ 31 ਪਰਿਵਾਰਾਂ ਤੱਕ ਪਹੁੰਚ ਗਏ ਹਾਂ। ਔਰ ਪ੍ਰਸ਼ਾਸਨ ਵੀ ਇਹਦੀ ਸਲਾਘਾ ਜੋ ਕਹਿੰਦਾ ਵੀ ਕਪੂਰ ਸਾਹਿਬ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹ ਬਹੁਤ ਚੰਗਾ ਕਰ ਰਹੇ ਹੋ ਕਿ ਸਾਡੇ ਤੱਕ ਨੇ ਪਰਿਵਾਰ ਪਹੁੰਚਾ ਰਹੇ ਹੋ। ਪਹਿਲੇ 29 ਪਰਿਵਾਰ ਸੀ ਜਦੋਂ ਆਨੰਦ ਪਾਰਕ ਦੇ ਵਿੱਚ ਹੋਇਆ ਸੀ, ਅਸੀਂ 2 ਪਰਿਵਾਰ ਹੋਰ ਲੱਭ ਕੇ ਜਿਹੜੇ ਸ਼ਾਮਿਲ ਕੀਤੇ ਨੇ ਡੀ ਸਾਹਿਬ ਕੋਲੋਂ ਪਰਮਿਸ਼ਨ ਲੈ ਕੇ। ਇਸ ਦੇ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹਦੇ ਨਵੀਨੀਕਰਨ ਦੇ ਵਿੱਚ ਦੇਖੋ ਕਿ ਤੁਸੀਂ ਇਹਦੇ ਨਵੀਨੀਕਰਨ ਦਾ ਸਭ ਤੋਂ ਵੱਡਾ ਕਿ ਕਿਸੇ ਵੀ ਕਮੇਟੀ ਦੇ ਵਿੱਚ ਸਾਨੂੰ ਇੱਥੇ ਮੈਂਬਰ ਨਹੀਂ ਬਣਾਇਆ ਗਿਆ, ਨਾ ਹੀ ਸਾਡੇ ਕੋਲ ਸੁਝਾਅ ਮੰਗੇ ਗਏ। ਚਲੋ ਮੈਂਬਰ ਤਾਂ ਦੂਰ ਹੈ ਕਿ ਕੋਈ ਪੱਤਰ ਲਿਖ ਕੇ ਸੁਝਾਅ ਵੀ,
ਜੇ ਸਾਨੂੰ ਕੋਈ ਇਨਵੀਟੇਸ਼ਨ ਆਇਆ ਤੇ WhatsApp ਦੇ ਜ਼ਰੀਏ ਪਹੁੰਚ ਗਿਆ ਮਿਨਿਸਟਰੀ ਆਫ ਕਲਚਰ ਤੋਂ, ਅਸੀਂ ਉਸ ਨਿਮੰਤਰਣ ਨੂੰ ਸਵਾਗਤ ਕੀਤਾ ਕਿ ਵੀ ਚਲੋ ਸਰਕਾਰ ਨੇ ਕੁਝ ਸ਼ਾਇਦ ਚੰਗਾ ਕੀਤਾ ਹੋਏਗਾ। ਲੇਕਿਨ ਜਦੋਂ ਅੰਦਰ ਆਏ ਇੱਥੇ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਬਦਲਾਵ ਦੇਖਿਆ, ਉਹਨਾਂ ਦੇ ਨਾਲ ਸਾਰਿਆਂ ਦੀ ਆਤਮਾ ਇੱਕ ਦੁਖੀ ਆ, ਪਰਿਵਾਰਾਂ ਦੀ ਆਤਮਾਵਾਂ ਦੁਖੀ ਨੇ ਕਿ ਇੱਥੇ ਜੇਕਰ ਬਣਦੇ ਜਿਹੜੇ ਪਰਿਵਾਰਾਂ ਦੇ ਨਾਮ ਚ ਹੀ ਨਹੀਂ ਮਨਾ ਦਿੱਤੇ ਗਏ, ਉਹਨਾਂ ਦੀ ਫੋਟੋਆਂ ਹੀ ਹਟਾ ਦਿੱਤੀਆਂ, ਤੇ ਫਿਰ ਕਾਹਦਾ ਜਲਿਆਂਵਾਲਾ ਬਾਗ ਉਸ ਸਾਕੇ ਦੀ ਯਾਦ ਕਰਾਣੀ ਹੈ ਇਹਨਾਂ ਸ਼ਹੀਦ ਬਿਲਕੁਲ ਪਰਿਵਾਰਾਂ ਤੁਸੀਂ ਦੀ। ਦੇਖੋ ਕਿਸ ਕਦਰ ਜਿਹੜੇ ਇਹਨਾਂ ਦੇ ਮਨਾਂ ਦੇ ਵਿੱਚ ਰੋਸ਼ ਹੈ ਕਿ ਇਹਨਾਂ ਦੇ ਜਿਹੜੇ ਇੱਥੇ ਜਿਹੜੇ ਫਰੀडम ਫਾਈਟਰ ਜਿਹੜੇ ਇਹਨਾਂ ਦੇ ਗ੍ਰੈਂਡਫਾਦਰ ਇੱਥੇ ਸ਼ਹੀਦ ਹੋਏ ਸਨ, ਇਹਨਾਂ ਦੇ ਪਰਿਵਾਰਿਕ ਮੈਂਬਰ ਸ਼ਹੀਦ ਹੋਏ ਸਨ, ਉਹਨਾਂ ਦੀ ਤਸਵੀਰਾਂ ਵੀ ਹਟਾ ਦਿੱਤੀਆਂ ਗਈਆਂ। ਜਲਿਆਂਵਾਲਾ ਬਾਗ ਦੇ ਵਿੱਚ ਉਹਨਾਂ ਦੀ ਨਿਸ਼ਾਨੀਆਂ ਨੂੰ ਮਿਟਾ ਦਿੱਤਾ ਗਿਆ ਤੇ ਨਵੀਨੀਕਰਨ ਨੂੰ ਲੈ ਕੇ ਵਾਅਦੇ ਦਾਅਵੇ ਵੱਡੇ ਕੀਤੇ, ਲੇਕਿਨ ਸਰਕਾਰ ਦੇ ਦਾਅਵਿਆਂ ਦੀ ਪੋਲ ਜਿਹੜੀ ਹੈ ਸਾਫ਼ ਤੌਰ ਤੇ ਖੁੱਲਦੀ ਹੋਈ ਨਜ਼ਰ ਆ ਰਹੀ ਹੈ। ਸਿਆਸਤ ਵੀ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਲਗਾਤਾਰ, ਕਾਂਗਰਸ ਪਾਰਟੀ ਕਹੀਏ ਜਾਂ ਫਿਰ ਦੂਜੀਆਂ ਰਾਜਨੀਤਿਕ ਪਾਰਟੀਆਂ ਕਹੀਏ, ਤੇ ਉਹ ਜਲਿਆਂਵਾਲੇ ਬਾਗ ਦੇ ਮੁੱਦੇ ਨੂੰ ਲੈ ਕੇ ਆਪਣੀ ਸਿਆਸਤ ਚਮਕਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ। ਲੇਕਿਨ ਅੱਜ ਜਲਿਆਂਵਾਲੇ ਬਾਗ ਦੀ ਇੱਕ ਨਈ ਤਸਵੀਰ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ। ਨਵੀਨੀਕਰਨ ਨੂੰ ਲੈ ਕੇ ਇੱਥੇ ਕਈ ਬਦਲਾਵ ਕੀਤੇ ਗਏ ਨੇ। ਜਲਿਆਂਵਾਲੇ ਬਾਗ ਦਾ ਜਿਹੜਾ ਉਹ ਖੂਨੀ ਸਾਕਾ ਇੱਥੇ ਵਾਪਰਿਆ ਸੀ, ਅਗਰ ਗੱਲ ਕਰੀਏ ਕੂਏ ਦੀ, ਤੇ ਕੂਏ ਦੇ ਵਿੱਚ ਵੀ ਕਾਫੀ ਚੇਂਜਸ ਜਿਹੜੀਆਂ ਕੀਤੀਆਂ ਗਈਆਂ। ਤੁਸੀਂ ਇੰਡੀਆ ਨਿਊਜ਼ ਦੇ ਮਾਧਿਅਮ ਦੇ ਨਾਲ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜੀ ਇੱਥੇ ਚੇਂਜਸ ਕੀਤੀ ਗਈ ਹੈ, ਤੇ ਜਿਹੜੇ ਇੱਥੇ ਗੋਲੀਆਂ ਦੇ ਨਿਸ਼ਾਨ ਸੀਗੇ ਉਹਨਾਂ ਨੂੰ ਵੀ ਪ੍ਰੋਟੈਕਟ ਕੀਤਾ ਗਿਆ, ਉੱਤੇ ਗਲਾਸਿਸ ਲਗਾਏ ਗਏ ਨੇ, ਲਾਈਟਿੰਗ ਲਗਾਈ ਗਈ ਹੈ। ਲੇਕਿਨ ਇੱਥੇ ਆ ਕੇ ਇਹ ਨਹੀਂ ਮਹਿਸੂਸ ਹੁੰਦਾ ਕਿ ਕਿਸੇ ਜਲਿਆਂਵਾਲੇ ਬਾਗ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ, ਉਹਨਾਂ ਸ਼ਹੀਦਾਂ ਨੂੰ ਸ਼ਹਾਦਤ ਨੂੰ ਯਾਦ ਕਰਨ ਲਈ ਪਹੁੰਚੇ ਨੇ। ਇਦਾਂ ਮਹਿਸੂਸ ਹੁੰਦਾ ਕਿ ਕਿਸੇ ਮਿਊਜ਼ੀਅਮ ਦੇ ਵਿੱਚ ਜਿਹੜੇ ਲੋਕ ਇੱਥੇ ਪਹੁੰਚੇ ਨੇ। ਮਨਾਂ ਦੇ ਵਿੱਚ ਠੇਸ ਵੀ ਹੈ ਕਿ ਆਖਿਰਕਾਰ ਜਲਿਆਂਵਾਲੇ ਬਾਗ ਨੂੰ ਲੈ ਕੇ ਕਿਸ ਕਦਰ ਸਰਕਾਰਾਂ ਦੇ ਵੱਲੋਂ ਜਿਹੜੇ ਦਾਅਵੇ ਕੀਤੇ ਗਏ ਨੇ, ਉਹਨਾਂ ਦਾਅਵਿਆਂ ਦੀ ਜਿਹੜੀ ਪੋਲ ਹੈ ਉਹ ਖੁੱਲਦੀ ਹੋਈ ਨਜ਼ਰ ਆ ਰਹੀ ਹੈ, ਤੇ ਜਿਹੜੇ ਵਾਜਿਬ ਸਵਾਲ ਜਿਹੜੇ ਨੇ ਉਹ ਉੱਠਣੇ ਬਣ ਜਾਂਦੇ ਨੇ। ਸਰਕਾਰਾਂ ਦੀ ਗੱਲ ਕਰੀਏ ਜਾਂ ਸਮਾਜ ਸੇਵੀ ਦੀ ਗੱਲ ਕਰੀਏ ਜਾਂ ਜਿਹੜੇ ਫਰੀडम ਫਾਈਟਰ ਨੇ, ਉਹਨਾਂ ਵੱਲੋਂ ਇਹ ਸਵਾਲ ਹੁਣ ਸਰਕਾਰ ਨਾਲ ਕੀਤੇ ਜਾ ਰਹੇ ਨੇ। ਲੰਬੇ ਸਮੇਂ ਤੋਂ ਜਿਹੜੀ ਇਹ ਬਹਿਸ ਛਿੜੀ ਹੋਈ ਸੀ ਕਿ ਆਖਿਰਕਾਰ ਜਲਿਆਂਵਾਲੇ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਜਿਸ ਕਦਰ ਜਿਹੜੇ ਬਦਲਾਵ ਕੀਤੇ ਗਏ ਨੇ ਉਹ ਕਿੰਨੇ ਕੁ ਵਾਜਿਬ ਨੇ, ਕਿਉਂ ਧਰੋਹਰ ਦੇ ਨਾਲ ਛੇੜਛਾੜ ਕੀਤੀ ਗਈ, ਇਹਦੇ ਸਵਾਲ ਜਿਹੜੇ ਨੇ ਉਹ ਹੁਣ ਬੀਜੇਪੀ ਸਰਕਾਰ ਜਿਹੜੀ ਹੈ ਲਗਾਤਾਰ ਤੇ ਦਿੰਦੀ ਨਜ਼ਰ ਆ ਰਹੀ ਸੀ। ਲੇਕਿਨ ਹੁਣ ਜਿਹੜੇ ਨੇ ਸਵਾਲ ਹੋਰ ਅਹਿਮ ਹੋ ਜਾਂਦੇ ਨੇ ਜਿਹਦੇ ਜਵਾਬ ਆਣੇ ਹਲੇ ਬਾਕੀ ਨੇ। ਕੈਮਰਾ ਪਰਸਨ ਅਮਨ ਮਾਲ ਦੇ ਨਾਲ ਜਜਬੀਰ ਸਿੰਘ, ਇੰਡੀਆ ਨਿਊਜ਼, ਅੰਮ੍ਰਿਤਸਰ।